ਜਿਹੜੀ ਮਿੱਟੀ ਬੋਲ ਪਈ ਹੈ ਸਾਹਿਤ ਦੀ ਕਿਹੜੀ ਬਣ ਗਈ ਆ ਜੀ? ਇਹ ਇੱਕ ਹਿਸਟੋਰੀਕਲ ਨਾਵਲ ਵੀ ਕਿਹਾ ਜਾ ਸਕਦਾ। ਇਹਦੇ ਪਾਤਰ ਜਿਹੜੇ ਆ ਇਹਨਾਂ ਦੇ ਸਾਜ਼ਾਂ ਦੇ ਵਿੱਚੋਂ ਦੁੱਖਾਂ ਦੀਆਂ ਆਵਾਜ਼ਾਂ ਆਉਂਦੀਆਂ। ਔਰਤ ਦੇ ਤਾਂ ਮੈਂ ਕਹਿੰਦਾ ਮਿੱਟੀ ਬੋਲ ਪਈ। ਔਰਤ ਨੂੰ ਵੀ ਮਿੱਟੀ ਕਹਿੰਦੇ ਆ। ਜਿਹੜੇ ਪਛੜੇ ਲੋਕ ਡਾਊਨ ਟਰੋਡਨ ਲੋਕ ਆ ਉਹਨਾਂ ਨੂੰ ਵੀ ਮਿੱਟੀ ਵਰਗੇ ਕਹਿੰਦੇ। ਇਹ ਤਾਂ ਮਿੱਟੀ ਵਰਗੇ ਬੰਦੇ ਆ ਵਿਚਾਰੇ, ਇਹਨਾਂ ਨੂੰ ਜੋ ਮਰਜ਼ੀ ਕਹਿ ਦਿਓ, ਇਹਨਾਂ ਨੂੰ ਕਿਹੜਾ ਬੋਲਣਾ। ਪਸ਼ੂ ਬੋਲਦੇ ਨਹੀਂ ਨਾ, ਉੱਦਾਂ ਹੀ ਟਰੀਟ ਕੀਤਾ ਗਿਆ। ਪਰ ਹੁਣ ਬੋਲਣ ਲੱਗ ਪਏ ਆ, ਮਿੱਟੀ ਬੋਲ ਪਈ ਆ। ਜਿਹੜਾ ਤੁਸੀਂ ਆਪਣੇ ਪਿੰਡੇ ਤੇ ਦਰਦ ਹਟਾਇਆ, ਕੀ ਇਹ ਉਹ ਜਿਹੜੇ ਹਾਲਾਤ ਸੀਗੇ ਉਸ ਸਮੇਂ ਦੇ ਦਲਿਤ ਭਾਈਚਾਰਾ ਸੀ ਉਹਨਾਂ ਦੇ ਨਾਲ ਮੇਲ ਖਾਂਦੇ ਸਨ? ਮੇਲ ਖਾਂਦੇ ਕੀ, ਮੈਂ ਤਾਂ ਆਪ ਹੀ ਜਿੱਦਾਂ ਅਸੀਂ ਦਿਹਾੜੀ ਕਰਨ ਜਾਂਦੇ ਸੀਗੇ ਅਤੇ ਆਪਣਾ ਕੌਲੀ ਅਤੇ ਗਲਾਸ ਨਾਲ ਲੈ ਕੇ ਜਾਈਦਾ ਸੀ। ਉਹ ਵੀ ਇੱਕ ਹਾਲਾਤ ਸੀ ਵੀ ਰੋਟੀ ਜਿਹੜੀ ਆ ਉਹ ਜ਼ਿਮੀਂਦਾਰ ਪਰਿਵਾਰ ਦੇ ਲੋਕ ਜਿਹੜੇ ਸੀਗੇ ਉਹ ਦੂਰੋਂ ਇੱਦਾਂ ਸਿੱਟ ਦਿੰਦੇ ਸੀ ਥੱਲੇ ਨੂੰ। ਦਾਲ ਸਬਜ਼ੀ ਵੀ ਇੰਨੀ ਦੂਰੋਂ ਪਾਉਂਦੇ ਸੀਗੇ ਵੀ ਕਈ ਵਾਰੀ ਪੈਰਾਂ 'ਤੇ ਛਾਲੇ ਪੈ ਜਾਂਦੇ ਸੀ। ਹੋਰ ਤਾਂ ਹੋਰ ਮੈਂ ਤੁਹਾਨੂੰ ਗੁਰਦੁਆਰੇ ਦੀ ਗੱਲ ਦੱਸਾਂ ਵੀ ਉਹਦੇ ਵਿੱਚ ਵੀ ਸਾਨੂੰ ਜਾਣ ਨਹੀਂ ਸੀ ਦਿੰਦੇ ਗੁਰਦੁਆਰੇ। ਅਤੇ ਅਸੀਂ ਜਿਹੜੀਆਂ ਖਿੜਕੀਆਂ ਗੁਰਦੁਆਰੇ ਦੀਆਂ ਉਹਦੀਆਂ ਖਿੜਕੀਆਂ 'ਤੇ ਚੜ੍ਹਦੇ ਉੱਤੇ ਨੂੰ ਦੇਖਦੇ ਰਹੀਦਾ ਸੀਗਾ ਵੀ ਅੰਦਰ ਕੀ ਹੁੰਦਾ। ਵੀ ਮੈਂ ਮੁੜ ਕੇ ਗੁਰਦੁਆਰੇ ਹੀ ਨਹੀਂ ਗਿਆ। ਤੀਜੀ ਚੌਥੀ 'ਚ ਪੜ੍ਹਦਾ ਸੀਗਾ ਜਦੋਂ। ਮੇਰੇ ਪੈਰੀਂ ਪਾਉਣ ਲਈ ਜੁੱਤੀ ਨਹੀਂ ਸੀ। ਮੈਂ 7ਵੀਂ ਜਾਂ 8ਵੀਂ 'ਚ ਸੀਗਾ ਜਦੋਂ ਮੈਂ ਪਹਿਲੀ ਵਾਰੀ ਦੇਸੀ ਜੁੱਤੀ ਜਿਹੜੀ ਆ ਉਹ ਆਪਣੇ ਪੈਰੀਂ ਪਾਈ। ਮੈਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆਪਣੀਆਂ ਦਿਹਾੜੀਆਂ ਦੇ ਇਕੱਠੀ ਕਰਕੇ ਪੈਸੇ ਕਰਦਾ ਸੀ। ਮੈਂ ਜੁੱਤੀਆਂ ਬਣਾਉਣਾ ਕੱਪੜਿਆਂ ਦੀ ਕਦੀ ਪਰਵਾਹ ਨਹੀਂ ਸੀ ਕਰਦਾ, ਪਰ ਮੈਂ ਕਿਤਾਬਾਂ ਖਰੀਦ ਲੈਂਦਾ ਸੀ। ਲੋਕਾਂ ਨੇ ਕਿਹਾ ਵੀ ਬੜਾ ਯਾਰ ਤੂੰ ਐਡੀ ਛੇਤੀ ਤੈਨੂੰ ਕੀ ਲਿਖਣ ਦੀ ਲੋੜ ਸੀ। ਮੈਨੂੰ ਲੱਗਦਾ ਸੀਗਾ ਪਤਾ ਨਹੀਂ ਕਿਉਂ ਇਹ ਖਿਆਲ ਆਇਆ ਵੀ ਮੇਰੀ ਡੈਥ ਹੋ ਜਾਣੀ ਆ ਛੇਤੀ, ਵੀ ਮੈਂ ਮਰ ਜਾਣਾ। ਮੈਂ ਵੀ ਚਾਹੁੰਦਾ ਹਾਂ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੀ ਗੱਲ ਚੱਲੇ, ਪਰ ਦੋਹਾਂ ਧਿਰਾਂ ਨੂੰ ਉਹਦੇ ਵਾਸਤੇ ਸੋਚਣ ਦੀ ਲੋੜ ਆ। ਖਾਸ ਤੌਰ 'ਤੇ ਜ਼ਿਮੀਂਦਾਰ ਭਾਈਚਾਰੇ ਨੂੰ ਵੀ ਇਹ ਵੀ ਸਾਡੇ ਹੀ ਆ, ਅਸੀਂ ਵੀ ਉਹਨਾਂ ਦੇ ਹੀ ਆ। ਇਹਨਾਂ ਨੂੰ ਇੱਕ ਗੁਲਾਮ ਬਣਾ ਕੇ ਨਾ ਰੱਖੀਏ। ਇਹਨਾਂ ਨੂੰ ਗੁਰੂਆਂ ਦੇ ਮੁਤਾਬਕ ਇੱਕ ਬਰਾਬਰੀ ਦਾ, ਮਨੁੱਖ ਹੋਣ ਦਾ ਦਰਜਾ ਜਿਹੜਾ ਰਲ ਮਿਲ ਕੇ ਦਈਏ ਲਈਏ। ਹੁਣ ਤੱਕ ਜਿਹੜੀ ਤੁਹਾਡੀ ਸਵੈ ਜੀਵਨੀ ਆ ਕਿੰਨੀਆਂ ਕੁ ਭਾਸ਼ਾਵਾਂ ਵਿੱਚ ਛਪ ਚੁੱਕੀ ਆ? ਇਹ ਹੁਣ ਤੱਕ ਜਿੰਨੀ ਕੁ ਮੇਰੀ ਜਾਣਕਾਰੀ ਹੈ, ਕਈ ਵਾਰੀ ਮੈਨੂੰ ਪਤਾ ਵੀ ਨਹੀਂ ਲੱਗਦਾ, ਕਈਆਂ ਦਾ ਪਤਾ ਵੀ ਲੱਗਦਾ, ਇਹ 11-12 ਭਾਸ਼ਾਵਾਂ 'ਚ ਹੋ ਚੁੱਕੀ ਹੈ। ਕੋਈ ਇਨਸਾਨ ਇਹ ਕਿਤਾਬ ਪੜ੍ਹਦਾ ਉਹ ਆਪਣੇ ਹੰਝੂ ਕੇਰਨ ਤੋਂ ਬਗੈਰ ਨਹੀਂ ਰਹਿ ਸਕਦਾ। ਸੰਜੀਵ ਜੀ, ਮੈਂ ਵੀ ਹੰਝੂ ਹੀ ਗੇਰਦਾ ਹੁੰਦਾ ਸੀ। ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹ ਕਿਤਾਬ ਲਿਖ ਲਈ ਉਦੋਂ ਵੀ ਆਪਾਂ ਥੋੜ੍ਹਾ ਭਾਵੁਕ ਹੋ ਜਾਈਦਾ ਸੀ। ਫਿਰ ਇਹ ਕਿਤਾਬ ਜਿਹੜੀ ਆ 3 ਮਹੀਨੇ ਇਹਦੇ ਪ੍ਰੂਫ ਪਏ ਰਹੇ। ਮੈਂ ਪੜ੍ਹ ਨਹੀਂ ਸਕਿਆ, ਮੈਂ ਆਪੇ ਹੀ ਰੋਣ ਲੱਗ ਪੈਂਦਾ ਸੀਗਾ। ਬਹੁਤ ਸਾਰੀਆਂ ਹਨੇਰੀਆਂ ਆ ਗਈਆਂ। ਦਰਖਤ ਜਿਹੜੇ ਲਿਫ ਜਾਂਦੇ ਸੀਗੇ ਉਹ ਜਰਾ ਕੁ ਬਾਅਦ ਫੇਰ ਸਿੱਧੇ ਹੋ ਜਾਂਦੇ ਸੀ। ਇਹ ਗੱਲਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਬਈ ਘਬਰਾਉਣਾ ਨਹੀਂ, ਆਪਾਂ ਫੇਰ ਖੜੇ ਹੋ ਜਾਣਾ। ਮਾਧੋਪੁਰੀ ਸਾਹਿਬ, ਪੰਜਾਬੀ ਸਟੂਡੀਓ 'ਤੇ ਆਉਣ ਲਈ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ। ਸੰਜੀਵ ਜੀ, ਮੈਂ ਵੀ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੱਥੇ ਆਏ ਆ ਚੱਲ ਕੇ। ਔਰ ਮੈਂ ਵੀ ਤੁਹਾਡੇ ਚੈਨਲ ਪੰਜਾਬੀ ਸਟੂਡੀਓ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਗੱਲ ਦਾ ਇਨੀਸ਼ੀਏਟਿਵ ਲਿਆ ਵੀ ਇਹਨਾਂ ਮਸਲਿਆਂ 'ਤੇ ਵੀ ਗੱਲ ਹੋ ਸਕਦੀ ਆ ਜੇ ਆਪਾਂ ਭਾਵੇਂ ਗੱਲ ਕਰਨੀ ਆ। ਅਤੇ ਸ਼ੁਕਰੀਆ। ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਤੁਹਾਡੀ ਜਨਮ ਭੂਮੀ ਕਿੱਥੋਂ ਦੀ ਆ, ਤੁਸੀਂ ਕਿੰਨਾ ਪੜ੍ਹੇ ਲਿਖੇ ਆ ਜੀ, ਪਰਿਵਾਰਿਕ ਮੈਂਬਰਾਂ ਵਿੱਚ ਕੌਣ ਹਨ? ਸੰਜੀਵ ਜੀ, ਅਸੀਂ 7 ਭੈਣ ਭਰਾ, ਮਾਂ ਬਾਪ, ਮੇਰੀ ਦਾਦੀ ਸੀਗੇ। ਅਤੇ ਸਾਡਾ ਪਿੰਡ ਜਿਹੜਾ ਆ ਮਾਧੋਪੁਰ, ਜ਼ਿਲ੍ਹਾ ਜਲੰਧਰ 'ਚ ਪੈਂਦਾ, ਜਿੱਥੇ ਸ਼ੂਗਰ ਮਿੱਲ ਪਹਿਲੀ
ਪੰਜਾਬ ਦੇ ਵਿੱਚ ਲੱਗੀ ਦਾ ਕੋਆਪਰੇਟਿਵ ਸ਼ੂਗਰ ਮਿਲ ਭੋਗਪੁਰ, ਉਹਦੇ ਕੋਲ ਚੜ੍ਹਦੇ ਪਾਸੇ ਸਾਡਾ ਪਿੰਡ ਆ। ਤੇ ਇਹਦੀ ਆਬਾਦੀ ਕੁੱਲ ਤਕਰੀਬਨ ਅਜੇ ਵੀ 1200 ਆ। ਤੇ 1/3 ਜਿਹੜਾ ਆ ਉਹ ਮੇਰੇ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੀ ਆਬਾਦੀ ਆ। ਮੇਰਾ ਪਿੰਡ ਦੇ ਸਕੂਲ 'ਚ ਹੀ, ਪ੍ਰਾਇਮਰੀ ਸਕੂਲ 'ਚ ਮੈਂ 5ਵੀਂ ਪਾਸ ਕੀਤੀ। ਨਾਲ ਮੈਂ ਫਿਰ ਜਿੱਦਾਂ ਛੋਟੇ ਬੱਚੇ ਆ ਉਹ ਘਰਾਂ ਦੇ ਕੰਮ ਜਾਂ ਮਤਲਬ ਜਿੱਥੇ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀਗੇ, ਚਾਹੇ ਉਹ ਭੋਗਪੁਰ ਦੇ ਕੋਲ ਪਠਾਨਕੋਟ ਨੂੰ ਜਾਂਦੀ ਰੇਲਵੇ ਲਾਈਨ ਦਾ ਜਿਹੜਾ ਪੁਲ ਬਣਿਆ ਉਹ 'ਚ ਸੀਗੇ। ਪਰ ਮੈਂ ਚੌਥੀ ਪੰਜਵੀਂ 'ਚ ਪੜ੍ਹਦਾ ਵੀ ਉੱਥੇ ਨੂੰ ਰੋਟੀ ਲੈ ਕੇ ਉਹਨਾਂ ਦੇ ਪਿੱਛੇ ਜਾਂਦਾ ਹੁੰਦਾ ਸੀ। ਦੂਜਾ, ਜਦੋਂ ਮੈਂ ਹੋਰ ਵੱਡਾ ਹੋ ਗਿਆ ਥੋੜ੍ਹਾ ਜਿਹਾ, ਜਿੱਦਾਂ 7ਵੀਂ 8ਵੀਂ ਤੱਕ, ਅਤੇ ਉਦੋਂ ਮੈਂ ਵੀ ਦਿਹਾੜੀ ਕਰਨ ਲੱਗ ਪਿਆ ਸੀ। ਤਾਂ ਉਦੋਂ ਮੇਰੀ ਦਿਹਾੜੀ ਜਿਹੜੀ ਆ ਉਹ 12 ਆਨੇ ਹੁੰਦੀ ਸੀਗੀ। ਅਤੇ ਇਹ ਤਕਰੀਬਨ 10ਵੀਂ ਤੱਕ ਮੇਰੀ ਦਿਹਾੜੀ ਜਿਹੜੀ ਆ ਉਹ ਇੰਨੀ ਰਹੀ। ਦੂਜੀ ਗੱਲ ਇਹ ਵੀ ਜਦੋਂ ਮੈਂ ਆਪਣੇ ਪ੍ਰਾਇਮਰੀ ਸਕੂਲ ਪਾਸ ਕਰਨ ਤੋਂ ਬਾਅਦ ਮਿਡਲ ਸਕੂਲੇ ਗਿਆ ਗੀਗਨਵਾਲ, ਜਿਹੜਾ ਉਹ ਵੀ ਜ਼ਿਲ੍ਹਾ ਜਲੰਧਰ 'ਚ ਹੀ ਆ, ਸਾਡੇ ਪਿੰਡ ਤੋਂ ਤਕਰੀਬਨ 4-5 ਕਿਲੋਮੀਟਰ ਆ। ਅਤੇ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਪੈਰੀਂ ਪਾਉਣ ਲਈ ਜੁੱਤੀ ਨਹੀਂ ਸੀ। ਮੈਂ 7ਵੀਂ ਜਾਂ 8ਵੀਂ 'ਚ ਸੀਗਾ ਜਦੋਂ ਮੈਂ ਪਹਿਲੀ ਵਾਰੀ ਦੇਸੀ ਜੁੱਤੀ ਜਿਹੜੀ ਆ ਉਹ ਆਪਣੇ ਪੈਰੀਂ ਪਾਈ। ਹੋਰ ਤਾਂ ਹੋਰ ਵੀ ਸਰਦੀਆਂ ਹੋਣ ਗਰਮੀਆਂ ਹੋਣ, ਸਾਡੇ ਕੋਲ ਮੇਰੇ ਕੋਲ ਥੱਲੇ ਪਾਉਣ ਲਈ ਬਨੈਣ ਵੀ ਨਹੀਂ ਹੁੰਦੀ ਸੀ। ਅਤੇ ਕਈ ਵਾਰੀ ਅਸੀਂ ਧੂਣੀ ਦੇ ਵਿੱਚ ਆਪਣੀਆਂ ਲੱਤਾਂ ਪੈਰ ਅੱਗੇ ਕਰ ਦੇਣੇ, ਪਰ ਸਾਨੂੰ ਕਈ ਵਾਰ ਲੱਗਦਾ ਹੀ ਨਹੀਂ ਸੀਗਾ ਵੀ ਇਹ ਮੇਰੇ ਪੈਰ ਆ, ਕਿਉਂਕਿ ਇੰਨੀ ਠੰਡ ਹੁੰਦੀ ਆ। ਤੁਹਾਨੂੰ ਪਤਾ ਹੀ ਆ ਵੀ ਸਾਡੇ ਪੰਜਾਬ ਦੀ ਠੰਡ ਕਿੰਨੀ ਆ, ਖ਼ਾਸ ਤੌਰ 'ਤੇ ਉਦੋਂ ਜਦੋਂ ਬਹੁਤ ਸਾਰਾ ਟੈਂਪਰੇਚਰ ਜਿਹੜਾ ਉਹ ਬਰਫੀਲਾ ਟਾਈਪ ਜਿਹਾ, ਹਵਾਵਾਂ ਵੀ ਇੱਦਾਂ ਦੀਆਂ ਵਗਦੀਆਂ ਹੁੰਦੀਆਂ ਸੀਗੀਆਂ। ਹੁਣ ਤਾਂ ਬਹੁਤ ਜ਼ਿਆਦਾ ਗਲੋਬਲ ਜਿਹੜੀ ਆ ਗੱਲਬਾਤ ਦੇ ਨਾਲ, ਗਲੋਬਲ ਵਾਰਮਿੰਗ ਦੇ ਨਾਲ ਫਰਕ ਪੈ ਗਿਆ ਸਾਡੇ ਐਨਵਾਇਰਨਮੈਂਟ 'ਤੇ, ਪੰਜਾਬ 'ਤੇ ਜਾਂ ਇੰਡੀਆ 'ਤੇ ਦੁਨੀਆ ਵਿੱਚ। ਪਰ ਉਸ ਵੇਲੇ ਅਸੀਂ, ਜਿੱਦਾਂ ਮੈਂ ਇਹ ਇਸ ਕਰਕੇ ਗੱਲ ਦੱਸੀ ਆ ਕਿ ਜਦੋਂ ਅਸੀਂ ਖੇਤਾਂ ਨੂੰ ਦੇਖਦੇ ਸੀ ਤਾਂ ਸਵੇਰ ਨੂੰ ਉੱਥੇ ਇੱਕ ਬਰਫ਼ ਦੀ ਕੋਰਾ ਜਿਹਨੂੰ ਕਹਿੰਦੇ ਆ, ਉਹਦੀ ਇੱਕ ਪਰਤ ਜੰਮੀ ਹੁੰਦੀ ਸੀ। ਅਤੇ ਅਸੀਂ ਵੀ ਨਿਆਣੇ ਹੁੰਦੇ ਜਿਹੜੀਆਂ ਥਾਲੀਆਂ ਪਾਣੀ ਨਾਲ ਭਰ ਕੇ ਬਾਹਰ ਵਿਹੜੇ 'ਚ ਰੱਖ ਦਈਦੀਆਂ ਸੀਗੀਆਂ, ਉਹ ਸਵੇਰ ਨੂੰ ਅਸੀਂ ਦੇਖਣਾ ਪੂਰਾ ਦਾ ਪੂਰਾ ਪਾਣੀ ਜਿਹੜਾ ਉਹ ਜੰਮ ਚੁੱਕਾ ਹੁੰਦਾ ਸੀ, ਜਿੱਦਾਂ ਅੱਜ ਅਸੀਂ ਫਰਿੱਜਾਂ 'ਚ ਦੇਖਦੇ ਹਾਂ। ਉਹਦੇ ਨਾਲ ਹੀ ਗਰਮੀਆਂ 'ਚ ਵੀ ਇੱਦਾਂ ਹੀ ਆ ਵੀ ਜਿਹੜੀਆਂ ਤੱਤੀਆਂ ਤੇਜ਼ ਹਵਾਵਾਂ ਜਿਹੜੀਆਂ ਉਹ ਅਕਸਰ ਚੱਲਦੀਆਂ ਸੀ, ਜਿਹਨੂੰ ਅਸੀਂ ਮਿਰਗ ਤ੍ਰਿਸ਼ਨਾ ਦੀ ਗੱਲ ਕਰਦੇ ਹਾਂ। ਉਸ ਵੇਲੇ ਇਹ ਸਾਰਾ ਕੁਛ ਅਸੀਂ ਦੇਖਿਆ ਆ। ਰਹੀ ਗੱਲ ਮੈਂ ਨਾਲ ਮੌਸਮਾਂ ਦੀ ਇਸ ਕਰਕੇ ਜੋੜੀ ਆ ਦੱਸਣ ਵਾਸਤੇ ਵੀ ਮੇਰੇ ਹਾਲਾਤ ਕਿੱਦਾਂ ਦੇ ਸੀ। ਬਰਸਾਤਾਂ ਵਿੱਚ ਵੀ ਸਾਡੇ ਜਿਹੜਾ ਮਕਾਨ ਆ, ਮਕਾਨ ਕਹਿਣਾ ਚਾਹੀਦਾ ਜਾਂ ਕੋਠਾ ਕਹਿ ਲਓ, ਉਸ ਵੇਲੇ ਉਹ ਅਕਸਰ ਬਰਸਾਤ ਵਿੱਚ ਢਹਿ ਜਾਂਦਾ ਸੀ, ਕੱਚਾ ਸੀ। ਮੇਰੇ ਫਾਦਰ ਨੇ ਬਾਰ-ਬਾਰ ਉਹਨੂੰ ਬਣਾਉਣਾ, ਫਿਰ ਕਦੀ ਕੰਧ ਕਿਸੇ ਪਾਸੇ ਦੀ ਡਿੱਗ ਪਈ, ਕਦੀ ਕਿਸੇ ਬਗਲੇ ਦੀ ਡਿੱਗ ਗਈ। ਅਤੇ ਕਈ ਵਾਰੀ ਅਸੀਂ ਜਿਹੜੇ ਆ ਉਹ ਬਚੇ ਵੀ ਆ ਕਿ ਜਿੱਦਾਂ ਥੰਮੀਆਂ ਲਾਈਆਂ ਹੁੰਦੀਆਂ ਉਹ ਵੀ ਮਤਲਬ ਬਹਿ ਗਈਆਂ ਸੀ ਕੰਧਾਂ। ਫਿਰ ਵੀ ਅਸੀਂ ਉੱਥੇ ਆਪਣੇ 7 ਜਿਹੜੇ ਮੈਂ ਦੱਸਿਆ ਭੈਣ ਭਰਾ, ਮਾਤਾ ਪਿਤਾ ਅਤੇ ਮੇਰੀ ਦਾਦੀ, ਉਹਨਾਂ 2 ਕਮਰਿਆਂ 'ਚ ਇੱਕ ਕੋਠੜੀ ਇੱਕ ਦਲਾਨ, ਉਹਦੇ 'ਚ ਸੌਂਦੇ ਹੁੰਦੇ ਸੀ। ਅਤੇ ਪਸ਼ੂ ਵੀ ਉੱਥੇ ਹੀ ਬੰਨੀਦੇ ਸੀਗੇ। ਨਾਲ ਉਹਦੇ ਇਹ ਗੱਲ ਸੀਗੀ ਵੀ ਜਿਹੜੀ ਸਾਡੀ ਪੜ੍ਹਾਈ ਲਿਖਾਈ ਆ ਉਹਦੇ ਲਈ ਪ੍ਰੋਪਰ ਇੱਕ ਮਾਹੌਲ ਜਿਹਾ ਨਹੀਂ ਬਣਦਾ ਸੀਗਾ। ਹਾਂਜੀ, ਅਤੇ ਜਿੱਦਾਂ ਤੁਸੀਂ ਲਾ ਲਓ 9ਵੀਂ 10ਵੀਂ, ਉਦੋਂ ਤੱਕ ਵੀ ਮੇਰੇ ਕੋਲ ਪ੍ਰੋਪਰ ਯੂਨੀਫਾਰਮ ਨਹੀਂ ਹੁੰਦੀ ਸੀਗੀ। ਅਤੇ ਕਲਾਸ ਦੇ ਵਿੱਚ ਵੀ ਜਿਹਨਾਂ ਬੱਚਿਆਂ ਦੇ ਕੋਲ ਇਹ ਵਰਦੀ ਨਹੀਂ ਹੁੰਦੀ ਸੀਗੀ, ਉਹਨਾਂ ਨੂੰ ਸਵੇਰ ਦੀ ਪ੍ਰੇਅਰ ਦੇ ਵਿੱਚ ਖੜ੍ਹੇ ਕਰ ਦਿੰਦੇ ਸੀ ਅਧਿਆਪਕ ਸਾਡੇ। ਅਤੇ ਮੈਂ ਕਈ ਵਾਰੀ ਸ਼ਰਮਿੰਦਾ ਹੋਇਆ। ਫਿਰ ਸਕੂਲ ਵਾਲਿਆਂ ਨੇ ਜਿਹੜੇ ਗਰੀਬ ਬੱਚੇ ਸੀਗੇ, ਜਿੰਨੇ ਵੀ 8-10 ਕਹਿ ਲਓ, ਉਹਨਾਂ ਸਾਰਿਆਂ ਨੂੰ ਫਿਰ ਸਕੂਲ ਵੱਲੋਂ ਯੂਨੀਫਾਰਮ ਜਿਹੜੀ ਆ ਬਣਾ ਕੇ ਦਿੱਤੀ ਗਈ। ਅਤੇ ਮੈਂ ਪਹਿਲੀ ਵਾਰੀ ਪੈਂਟ ਵੀ ਉਦੋਂ ਹੀ ਪਾਈ ਸੀਗੀ 9ਵੀਂ 'ਚ ਜਾ ਕੇ, ਨਹੀਂ ਤਾਂ ਮੈਂ ਪਹਿਲਾਂ ਕਮੀਜ਼ ਪਜਾਮਾ ਹੀ ਪਹਿਨਦਾ ਸੀਗਾ। ਸੋ ਇਸ ਤਰ੍ਹਾਂ ਦਾ ਮੇਰਾ ਹੈਗਾ।
ਤੇ ਮੈਂ ਇਹ ਦੱਸੀ ਇਸ ਕਰਕੇ ਵੀ ਗੱਲ ਆ ਵੀ ਪਾਣੀ ਜਿਹੜਾ ਆ ਉਹ ਦੋ ਥਾਵਾਂ ਤੋਂ ਦੀ ਵਗਦਾ ਸੀ। ਉਹ ਇਕੱਲਾ ਇਹ ਨਹੀਂ ਵੀ ਉਹ ਬਰਸਾਤਾਂ ਦਾ ਹੀ ਹੁੰਦਾ ਸੀ, ਆਮ ਦਿਨਾਂ ਵਿੱਚ ਵੀ ਜਿਹੜਾ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਪਾਣੀ ਜਿਹੜਾ ਆ ਉਹ ਸਾਡੇ ਪਾਸੇ ਨੂੰ ਆਉਂਦਾ, ਛੋਟੀਆਂ ਛੋਟੀਆਂ ਚੋਈਆਂ, ਅਸੀਂ ਉਹਨਾਂ 'ਚੋਂ ਸਿੱਧਾ ਪਾਣੀ ਵੀ ਪੀ ਲਈਦਾ ਸੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਬਚਪਨ ਦਾ ਲਾ ਲਓ। ਫਿਰ ਮੈਂ ਜਦੋਂ ਕਾਲਜ ਜਾਣਾ ਸ਼ੁਰੂ ਕੀਤਾ ਉਦੋਂ ਮੇਰੀ ਦਿਹਾੜੀ ਜਿਹੜੀ ਆ ਜਾਂ ਉਸ ਵੇਲੇ ਜਿਹੜੀ ਦਿਹਾੜੀ ਵੱਧ ਕੇ 1.5 ਰੁਪਈਆ ਹੋ ਗਈ ਸੀਗੀ। ਮੈਂ ਸੰਜੀਵ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਾਲਜ ਦੇ ਵਿੱਚ ਜਾ ਕੇ ਵੀ ਮੇਰੇ ਕੋਲ ਕੱਪੜੇ ਜਿੱਦਾਂ ਦੇ ਹੋਣੇ ਚਾਹੀਦੇ ਆ ਉਹ ਨਹੀਂ ਸੀਗੇ, ਪਰ ਮੇਰੀ ਆਪਣੀ ਲਗਨ ਜਿਹੜੀ ਆ ਪੜ੍ਹਾਈ ਦੀ ਉਹ ਬਹੁਤ ਜ਼ਿਆਦਾ ਸੀ। ਫਿਰ ਮੇਰੇ ਫਾਦਰ ਨੇ ਮੇਰੀ ਰਿਕੁਐਸਟ ਦੇ ਉੱਤੇ ਕਿਸੇ ਜਿਹਦੀ ਹੋਰ ਇੱਕ ਬੈਠਕ ਸੀਗੀ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਇਹ ਸਾਡਾ ਮੁੰਡਾ ਪੜ੍ਹ ਜਾਵੇ, ਤੁਸੀਂ ਇਹ ਬੈਠਕ ਦੇ ਦਿਓ ਸਾਨੂੰ, ਇਹ ਪੜ੍ਹ ਜਾਵੇ। ਉਹਨਾਂ ਨੇ ਬਹੁਤ ਕੋਈ ਗੱਲ ਹੀ ਨਹੀਂ ਕੀਤੀ। ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਤੁਹਾਡਾ ਮੁੰਡਾ ਪੜ੍ਹੇ। ਅਤੇ ਉਸ ਬੈਠਕ ਦੇ ਵਿੱਚ ਮੈਂ ਆਪਣਾ ਜਿਹੜਾ ਪੜ੍ਹਾਈ ਸ਼ੁਰੂ ਕੀਤੀ, ਜਿਹਦੇ ਵਿੱਚ ਮੈਂ 9 ਸਾਲ ਰਿਹਾ ਅਤੇ ਉਹਨਾਂ ਨੇ ਕੋਈ ਪੈਸਾ ਨਹੀਂ ਸਾਤੋਂ ਲਿਆ, ਅਸੀਂ ਉੱਥੇ ਪੜ੍ਹਦਾ ਰਿਹਾ। ਅਤੇ ਦੂਜੀ ਗੱਲ ਇਹ ਆ, ਉਦੋਂ ਤੱਕ ਕਾਲਜ ਦੇ ਵਿੱਚ ਜਦੋਂ ਮੈਂ ਗਿਆ ਤਾਂ ਮੇਰੀ ਜ਼ਿੰਦਗੀ ਵਿੱਚ ਮੋੜ ਆਉਣ ਵਾਸਤੇ ਜਾਂ ਜਿੱਦਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਟੈਕਲ ਕੀਤਾ ਅਤੇ ਮੇਰੇ ਚੇਤਨਾ ਦੇ ਵਿੱਚ ਕੀ ਇੱਕ ਤਬਦੀਲੀ ਆਈ, ਉਹ ਇਹ ਸੀ ਕਿ ਉਸ ਵੇਲੇ ਸਾਡੇ ਸਰਕਾਰੀ ਕਾਲਜ ਟਾਂਡਾ ਉੜਮੁੜ ਦੇ ਵਿੱਚ ਜਲੰਧਰ ਤੋਂ ਇੱਕ ਬੱਸ ਆਉਂਦੀ ਸੀ ਵੈਨ ਕਿਤਾਬਾਂ ਦੀ, ਉਹਦਾ ਨਾਂ ਸੀ ਪੰਜਾਬ ਬੁੱਕ ਸੈਂਟਰ। ਉੱਥੋਂ ਉਹ ਸੋਵੀਅਤ ਕਿਤਾਬਾਂ ਆਉਂਦੀਆਂ ਸੀ। ਮੈਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆਪਣੀਆਂ ਦਿਹਾੜੀਆਂ ਦੇ ਇਕੱਠੀ ਕਰਕੇ ਪੈਸੇ ਕਰਦਾ ਸੀ। ਮੈਂ ਜੁੱਤੀਆਂ ਬਣਾਉਣਾ, ਕੱਪੜਿਆਂ ਦੀ ਕਦੀ ਪਰਵਾਹ ਨਹੀਂ ਸੀ ਕਰਦਾ, ਪਰ ਮੈਂ ਕਿਤਾਬਾਂ ਖਰੀਦ ਲੈਂਦਾ ਸੀ। ਅਤੇ ਉੱਥੋਂ ਜਿੰਨੀ ਮੈਨੂੰ ਪ੍ਰੇਰਨਾ ਮਿਲੀ, ਜਿੱਦਾਂ ਮੈਕਸਮ ਗੋਰਕੀ ਦੀ ਸਵੈ ਜੀਵਨੀ ਜਿਹੜੀ 3 ਭਾਗਾਂ 'ਚ ਆ, ਉਹ ਮੈਂ ਪੜ੍ਹਦੇ ਮੈਂ ਉਦੋਂ 12ਵੀਂ 'ਚ ਪੜ੍ਹਦਾ ਸੀ। ਮੈਂ ਇਹ ਸੋਚਣ ਲੱਗ ਪਿਆ ਸੀਗਾ ਵੀ ਮੈਂ ਵੀ ਇੱਦਾਂ ਦਾ ਰਾਈਟਰ ਬਣ ਜਾਵਾਂ, ਇੱਦਾਂ ਦਾ ਮਤਲਬ ਵੀ ਮੈਂ ਵੀ ਰਾਈਟਰ ਬਣ ਜਾਵਾਂ। ਫਿਰ ਚਾਹੇ ਗਗੋਲ ਸੀ ਜਾਂ ਜਿੰਨੇ ਬਹੁਤ ਵੱਡੇ ਜਿਹੜੇ ਉਸ ਵੇਲੇ ਦੇ ਸਾਡੇ ਸੀਗੇ, ਹਾਊ ਦਾ ਸਟੀਲ ਵਾਜ਼ ਟੈਂਪਰਡ, ਤੁਹਾਨੂੰ ਪਤਾ ਹੋਊਗਾ ਵੀ ਉਹ ਨਿਕੋਲਾਈ ਓਸਟਰੋਵਸਕੀ ਦੀ ਕਿਤਾਬ ਆ, ਜਿਨ੍ਹਾਂ ਨੇ ਮੈਨੂੰ ਇੱਕ ਬਹੁਤ ਵੱਡੀ ਪ੍ਰੇਰਨਾ ਦਿੱਤੀ ਵੀ ਜੇ ਅਸੀਂ ਨਿਰਾਸ਼ ਹੁੰਦੇ ਹਾਂ ਕਿਸੇ ਗੱਲ ਤੋਂ, ਆਰਥਿਕ ਪੱਖ ਤੋਂ, ਸਾਡੇ ਨਾਲ ਤਾਂ ਕਾਸਟ ਵੀ ਜੁੜੀ ਹੋਊਗਾ, ਉਹ ਜਿਹੜੀਆਂ ਗੱਲਾਂ ਆ, ਘਬਰਾਉਣਾ ਨਹੀਂ ਜ਼ਿੰਦਗੀ ਦੇ ਵਿੱਚ। ਮੈਂ ਉਹ ਨਾਵਲ ਆਪ ਵੀ ਪੜ੍ਹਿਆ ਕਿੰਨੀ ਵਾਰੀ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ ਪੜ੍ਹਾਇਆ। ਅਤੇ ਮੇਰੇ ਦੋਸਤਾਂ ਨੇ ਆਪਣੇ ਬੱਚਿਆਂ ਦੇ ਨਾਂ ਜਿਹੜੇ ਆ ਉਹ ਆਪਣੇ ਨਾਵਲ ਦੇ ਪਾਤਰਾਂ ਦੇ ਨਾਂ 'ਤੇ ਅੱਗੇ ਰੱਖ ਲਿਆ। ਦੱਸਣ ਲਈ ਮੈਂ ਕਹਿੰਦਾ, ਮੇਰੇ 2 ਦੋਸਤਾਂ ਨੇ ਆਪਣੇ ਮੁੰਡਿਆਂ ਦੇ ਨਾਂ ਜਿਹੜੇ ਨਵੇਂ ਜੰਮੇ ਬੱਚੇ, ਉਹਨਾਂ ਦਾ ਨਾਂ ਪਵੇਲ ਰੱਖਿਆ, ਤੋਨੀਆਂ ਰੱਖਿਆ, ਫਿਰ ਤਾਨੀਆਂ ਰੱਖਿਆ। ਇਸ ਤਰੀਕੇ ਨਾਲ ਨਾ ਉਹਨਾਂ ਨੇ ਇੰਨਾ ਪ੍ਰਭਾਵਿਤ ਹੋਏ ਵੀ ਅਸੀਂ ਜਿਹੜਾ ਪਵੇਲ ਜਿਹੜਾ ਸ਼ਬਦ ਆ ਨਾ, ਨਾਂ ਜਿਹੜਾ ਉਹ ਰੂਸ ਦੇ ਵਿੱਚ ਬੜਾ ਇੱਕ ਪਾਪੂਲਰ ਨਾਂ ਹੈਗਾ। ਇਸ ਨਾਂ ਨੂੰ ਬੜਾ ਚੰਗਾ ਸਮਝਿਆ ਜਾਂਦਾ, ਸ਼ਾਰਟ ਵੀ ਆ, ਉਹਦਾ ਮੀਨਿੰਗਫੁਲ ਨਾਂ ਵੀ ਉਹਨਾਂ ਦੀ ਲੈਂਗੁਏਜ ਵਿੱਚ ਹੈਗਾ। ਸੋ ਇਸ ਤਰੀਕੇ ਨਾਲ ਬਹੁਤ ਸਾਰਾ ਸੋਵੀਅਤ ਲਿਟਰੇਚਰ ਜਿਹੜਾ ਮੈਂ ਉਹਨਾਂ ਦਿਨਾਂ 'ਚ ਹੀ ਪੜ੍ਹ ਲਿਆ ਸੀਗਾ ਅਤੇ ਮੇਰਾ ਉਹਦੇ ਨਾਲ ਬੇਸ ਬਣਦਾ ਗਿਆ। ਅਤੇ ਕਿਤਾਬਾਂ ਜਿਹੜੀਆਂ ਲਿਖਣ ਦੀ ਮੇਰੀ ਇੱਕ ਇੱਛਾ ਸੀਗੀ, ਖ਼ਾਸ ਤੌਰ 'ਤੇ ਮੈਂ ਜਦੋਂ ਮੈਕਸਮ ਗੋਰਕੀ ਦਾ ਪੜ੍ਹਦਾ ਤਾਂ ਮੈਂ ਵੀ ਸੋਚਿਆ ਵੀ ਜੇ ਮੈਂ ਕਿਤੇ ਲੇਖਕ ਬਣ ਜਾਵਾਂ ਅਤੇ ਮੈਂ ਵੀ ਆਪਣਾ ਨਾ ਜੀਵਨੀ ਲਿਖਾਂ ਜ਼ਰੂਰ। ਫਿਰ ਜਦੋਂ ਮੈਂ ਪੜ੍ਹਦਾ ਸੀ ਕਿਤਾਬਾਂ ਨੂੰ, ਉਹਦੇ ਵਿੱਚ ਜਿਹੜਾ ਟਰਾਂਸਲੇਟਰ ਆ ਵੀ ਕਿਹਦੇ ਨਾਂ ਸੀਗੇ, ਚਾਹੇ ਉਹ ਦਰਸ਼ਨ ਸਿੰਘ ਦੇ, ਚਾਹੇ ਕਰਨਜੀਤ ਸਿੰਘ ਦੇ, ਚਾਹੇ ਸਹਿਰਾਈ ਸਾਹਿਬ ਦੇ, ਹੋਰ ਬਹੁਤ ਸਾਰੇ ਲੋਕਾਂ ਨੇ, ਕਸ਼ਮੀਰ ਸਿੰਘ ਨੇ, ਜਿੰਨੀ ਟਰਾਂਸਲੇਸ਼ਨ ਕੀਤੀ ਸੀਗੀ ਉਹਨਾਂ ਕਿਤਾਬਾਂ ਤੋਂ, ਬਹੁਤ ਸਾਰੇ ਨਾਂ ਆ ਪੰਜਾਬੀਆਂ ਦੇ ਜਿਨ੍ਹਾਂ ਨੇ ਉਹ ਟਰਾਂਸਲੇਸ਼ਨ ਰਸ਼ੀਅਨ ਤੋਂ ਕੀਤੀ ਸੀਗੀ। ਉਹ ਮੇਰੇ ਲਈ ਇੱਕ ਵੱਡਾ ਖਜ਼ਾਨਾ ਬਣਦਾ ਗਿਆ। ਮੈਂ ਇੱਦਾਂ ਵੀ ਸੋਚਣ ਲੱਗ ਪਿਆ ਵੀ ਜੇ ਮੈਂ ਲੇਖਕ ਬਣ ਜਾਵਾਂ, ਫਿਰ ਮੈਂ ਇੱਕ ਅਨੁਵਾਦਕ ਬਣ ਜਾਵਾਂ। ਮੈਂ ਵੀ ਸੋਚਣ ਲੱਗ ਪਿਆ ਉਹਨਾਂ ਦਿਨਾਂ ਦੇ ਵਿੱਚ। ਫਿਰ ਮੇਰੇ ਮਨ ਦੇ ਵਿੱਚ ਆਉਣਾ ਸ਼ੁਰੂ ਹੋਇਆ ਜਦੋਂ ਮੈਨੂੰ ਬਹੁਤ ਸਾਰੀ ਡਾਕ ਮੇਰੀ ਆਉਂਦੀ ਹੁੰਦੀ ਸੀ ਅਤੇ ਸੋਵੀਅਤ ਯੂਨੀਅਨ ਦੇ ਵਿੱਚ ਜਿਹੜਾ ਸਾਇੰਸ, ਸਪੇਸ,
ਅਗੇਂਸਟ ਜਿਹੜਾ ਵਰਲਡ ਵਾਰ ਕੋਈ ਵੀ ਥਰਡ ਵਰਲਡ ਵਾਰ ਦੇ ਅਗੇਂਸਟ ਜਿੰਨਾ ਲਿਟਰੇਚਰ ਛਪਦਾ ਸੀ, ਅਖਬਾਰਾਂ, ਮੈਗਜ਼ੀਨ, ਕੈਲੰਡਰ, ਉਹਨਾਂ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਸੀਗੀ ਉਹ ਮੇਰੇ ਮਨ ਦੇ ਵਿੱਚ ਲੈਂਦੀ ਗਈ ਅਤੇ ਮੈਂ ਜਿਹੜੀਆਂ ਬਹੁਤ ਸਾਰੀਆਂ ਕਵਿਤਾਵਾਂ ਇੱਦਾਂ ਦੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਜੰਗ ਦੇ ਖਿਲਾਫ ਸੀ। ਅਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਵੀ ਜਿੱਦਾਂ ਅਸੀਂ ਪਾਕਿਸਤਾਨ ਦੀਆਂ ਕਈ ਵਾਰੀ ਗੱਲਾਂ ਕਰਦੇ ਹਾਂ ਅਤੇ ਪਾਕਿਸਤਾਨ ਨੂੰ ਅਸੀਂ ਅੱਜ ਤੱਕ ਵੀ ਆਪਣਾ ਦੁਸ਼ਮਣ ਸਮਝੀ ਜਾਂਦੇ ਹਾਂ, ਜਦ ਕਿ ਉਹ ਵੀ ਸਾਡਾ ਹੀ ਛੋਟਾ ਭਰਾ ਆ। ਮੈਂ ਇਹ ਨਾਲ ਜੋੜ ਕੇ ਦੇਖਦਾ ਵੀ ਉਹਨਾਂ ਦਿਨਾਂ ਦੇ ਵਿੱਚ ਸਾਡੀ ਜਿਹੜੀ ਸੋਚ ਸੀਗੀ ਉਹ ਇੱਦਾਂ ਦੀ ਆਈ। ਇੱਕ ਦੋ ਮੈਂ ਤੁਹਾਨੂੰ ਜੋ ਕਹਾਂ ਜ਼ਰੂਰ ਮਾਧੋਪੁਰੀ ਸਾਹਿਬ ਜ਼ਰੂਰ ਜੀ ਸੁਣਾਉਣਾ ਵੀ ਉਸ ਵੇਲੇ ਵੀ ਸਾਡੀ ਸੋਚ ਕਿੱਦਾਂ ਦੀ ਸੀ। ਮੇਰਾ ਤਨ ਮਨ ਉਸ ਕੋਲ ਹੈ ਇਸ ਤਰ੍ਹਾਂ, ਮੇਰਾ ਤਨ ਮਨ ਉਸ ਕੋਲ ਹੈ ਇਸ ਤਰ੍ਹਾਂ, ਜਿਵੇਂ ਅਮਰੀਕਾ ਕੋਲ ਗਿਰਵੀ ਪਾਕਿਸਤਾਨ। ਇੱਕ ਦੋ ਹੋਰ ਮੈਨੂੰ ਇੱਦਾਂ ਦੇ ਯਾਦ ਆ। ਮੈਂ ਜ਼ਿੰਦਗੀ ਦੇ ਫਿਕਰਾਂ ਨਾਲ ਲੈਸ ਹਾਂ ਇੰਝ, ਮੈਂ ਜ਼ਿੰਦਗੀ ਦੇ ਫਿਕਰਾਂ ਨਾਲ ਲੈਸ ਹਾਂ ਇੰਝ, ਜਿਵੇਂ ਡੀਗੋ ਗਾਰਸ਼ੀਆ ਹਥਿਆਰਾਂ ਨਾਲ। ਕਿਉਂਕਿ ਅੱਡੇ ਅਮਰੀਕਾ ਨੇ ਆਲੇ ਦੁਆਲੇ ਸਾਡੇ ਬਣਾ ਲਏ ਸੀਗੇ ਅਤੇ ਹਥਿਆਰ ਜਮਾਂ ਸਟੋਰ ਕਰ ਲਏ ਅਤੇ ਸਾਨੂੰ ਡਰਾਉਣ ਧਮਕਾਉਣ ਲਈ ਬਹੁਤ ਕੁਛ ਕੀਤਾ ਗਿਆ ਸੀਗਾ ਉਹਨਾਂ ਦੇ ਵਿੱਚ। ਜਦੋਂ ਹੋਰ ਵੀ ਕਈਆਂ ਲੜਾਈਆਂ ਪੜ੍ਹਾਈਆਂ ਹੋਈਆਂ ਅਤੇ ਸੋਵੀਅਤ ਯੂਨੀਅਨ ਸਾਡੇ ਪੱਖ 'ਚ ਆਇਆ ਅਤੇ 7ਵਾਂ ਜੰਗੀ ਬੇੜਾ ਜਿਹੜਾ ਆ ਸਾਡੇ ਬਚਾਅ ਲਈ ਆਇਆ ਸੀ। ਸੋ ਇੱਦਾਂ ਦੇ ਇਹ ਗੱਲਾਂ ਨੇ ਸਾਡੇ ਮਨਾਂ 'ਤੇ ਜਾਂ ਉੱਥੇ ਦੀ ਜਿਹੜੀ ਮਾਰਕਸਵਾਦੀ ਵਿਚਾਰਧਾਰਾ, ਲੈਨਨਵਾਦੀ ਵਿਚਾਰਧਾਰਾ, ਉਹਦਾ ਸਾਡੇ ਉੱਤੇ ਜਿਹੜਾ ਮਨਾਂ 'ਤੇ ਇੱਕ ਯੰਗ ਏਜ ਦੇ ਵਿੱਚ ਪ੍ਰਭਾਵ ਪੈਂਦਾ ਆ ਉਹ ਪਿਆ। ਅਤੇ ਬਹੁਤ ਸਾਰਾ ਮੇਰੀ ਸ਼ੁਰੂਆਤ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਵਿਤਾ ਲਿਖਣ ਤੋਂ ਹੀ ਹੋਈ ਸੀਗੀ। ਹੁਣ ਤੱਕ ਮੇਰੀਆਂ 3 ਕਿਤਾਬਾਂ ਕਵਿਤਾ ਦੀਆਂ ਛਪੀਆਂ, ਉਹਨਾਂ ਦੇ ਵਿੱਚੋਂ ਸਿਲੈਕਟਡ ਜਿਹੜੀ ਮੇਰੀ ਪੋਇਟਰੀ ਆ ਉਹ ਇੰਗਲਿਸ਼ ਦੇ ਵਿੱਚ ਵੀ ਟਰਾਂਸਲੇਸ਼ਨ ਹੋਈ ਆ, ਜਿਹੜੀ ਪ੍ਰੋਫੈਸਰ TC ਘਈ ਨੇ ਕੀਤੀ ਆ, ਉਹ ਦਿੱਲੀ ਤੋਂ ਛਪੀ ਆ। ਅਤੇ ਇੱਦਾਂ ਹੀ ਜਿਹੜਾ ਉਹ ਤੋਂ ਅੱਗੇ ਜਦੋਂ ਮੈਂ ਆਇਆ ਅਤੇ ਮੇਰੇ ਮਨ ਦੇ ਵਿੱਚ ਜਿਹੜੀਆਂ ਪੱਤਰਕਾਰੀ ਦੀਆਂ ਗੱਲਾਂ ਆਉਂਦੀਆਂ ਸੀ, ਮੈਂ ਇੰਨੀਆਂ ਭਰ ਦਿੰਦਾ ਸੀਗਾ ਅਖਬਾਰਾਂ, ਅਜੀਤ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਜਿਹੜੀਆਂ ਉਸ ਵੇਲੇ ਦੀਆਂ ਹੋਰ ਵੀ ਅਖਬਾਰਾਂ ਸੀਗੀਆਂ, ਹੁਣ ਵੀ ਹੈਗੀਆਂ, ਉਹਨਾਂ ਵਿੱਚ ਮੇਰੇ ਅਕਸਰ ਆਰਟੀਕਲ ਜਿਹੜੇ ਆ ਉਹ ਐਡੀਟੋਰੀਅਲ ਪੇਜ 'ਤੇ ਜਾਂ ਸੰਡੇ ਨੂੰ ਫਰੰਟ ਪੇਜ 'ਤੇ ਛਪਦੇ ਰਹੇ ਆ। ਉਹਨਾਂ ਫਿਰ ਮੈਂ ਆਰਟੀਕਲਾਂ ਦੀ ਬਾਅਦ ਦੇ ਵਿੱਚ ਇੱਕ ਕਿਤਾਬ ਛਾਪੀ ਜਿਹਦਾ ਨਾਂ ਸੀ ਮੇਰੀ ਪੱਤਰਕਾਰੀ। ਉਹਦੇ ਵਿੱਚ ਮੈਂ ਸਿਲੈਕਟਡ ਜਿਹੜੇ ਆ ਆਰਟੀਕਲ ਛਾਪੇ ਅਤੇ ਜਿੱਦਾਂ ਕਿਉਂਕਿ ਮੈਂ ਦਿੱਲੀ ਰਹਿੰਦਾ ਉਹਦੇ ਵਿੱਚ ਇਸ ਕਰਕੇ ਵੀ ਇਹਦੀ ਇੰਪੋਰਟੈਂਸ ਸਮਝੀ ਕਿ ਜਿੱਦਾਂ ਸਾਰਕ ਰਾਈਟਰਸ ਕਾਨਫਰੰਸ ਹੁੰਦੀਆਂ ਦਿੱਲੀ ਦੇ ਵਿੱਚ, ਅਜੀਤ ਕੌਰ ਜੀ ਕਰਦੇ ਹੁੰਦੇ ਆ, ਮੈਂ ਉਹਨਾਂ ਨਾਲ ਵੀ 9 ਸਾਲ ਲਗਾਤਾਰ ਕੰਮ ਕੀਤਾ ਅਤੇ ਉਹ ਸਾਰਕ ਦੀ ਜਿਹੜੀ ਸਾਰੀ ਰਿਪੋਰਟਿੰਗ ਸੀਗੀ ਪੰਜਾਬੀ 'ਚ ਉਹ ਮੈਂ ਕੀਤੀ। ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਇੱਥੇ ਤੁਸੀਂ ਦੱਸੋ ਬਈ ਪੰਜਾਬੀ ਸਾਹਿਤ ਦੀ ਸੇਵਾ ਤੁਸੀਂ ਕਿਹੜੀ ਵੰਨਗੀ ਵਿੱਚ ਕੀਤੀ ਹੈ ਜੀ? ਮੇਰੀ ਸ਼ੁਰੂਆਤ ਜਿਹੜੀ ਆ ਨਾ ਉਹ ਕਵਿਤਾ ਤੋਂ ਆ। ਉਹ ਤੋਂ ਬਾਅਦ ਜੇ ਤੁਸੀਂ ਨਾਲ ਜੋੜੋ ਵੀ ਵਾਰਤਕ ਆ। ਉਸ ਤੋਂ ਬਾਅਦ ਮੈਂ ਜਿਹੜਾ ਲਿਖਣਾ ਸ਼ੁਰੂ ਕੀਤਾ ਫਿਕਸ਼ਨ ਦੇ ਵਿੱਚ। ਅਤੇ ਮੇਰੀਆਂ ਕਿਤਾਬਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਧ ਚਰਚਿਤ ਕਿਤਾਬ ਅਜੇ ਤੱਕ ਦੀ ਆ ਪੋਇਟਰੀ, ਕਿਉਂਕਿ ਪਾਈਨੀਅਰ ਜਿਹਾ ਕੰਮ ਆ ਮੇਰੇ ਐਜ਼ ਜਿਹੜੇ ਕਈ ਇਹਨਾਂ ਨੂੰ ਦਲਿਤ ਲਿਟਰੇਚਰ ਕਹਿੰਦੇ ਆ, ਕੋਈ ਕੁਛ ਕਹਿੰਦਾ ਐਨੀ ਹੋ। ਇਹ ਮਨੁੱਖਵਾਦੀ ਜਿਹੜਾ ਅਸੀਂ ਕੰਮ ਕਰਦੇ ਹਾਂ ਉਹਦੇ ਵਿੱਚ ਮੇਰੀ ਕਿਤਾਬ ਛਾਂਗਿਆ ਰੁੱਖ, ਜਿਹੜੀ ਮੇਰੀ ਸਵੈ ਜੀਵਨੀ ਆ, ਜਿਹੜੀ ਮੇਰੀ 45 ਸਾਲ ਦੀ ਉਮਰ ਨੂੰ ਆਪਣੇ ਘੇਰੇ ਹੇਠ ਲੈਂਦੀ ਆ। ਅਤੇ ਕਈ ਲੋਕਾਂ ਨੇ ਕਿਹਾ ਤੂੰ ਯਾਰ ਐਵੇਂ ਹੁਣੇ ਹੀ ਲਿਖ ਲਈ, ਕਿਉਂਕਿ ਮੈਂ 38 ਸਾਲ ਦੇ ਵਿੱਚ ਤਕਰੀਬਨ ਲਗਭਗ ਲਿਖ ਲਈ ਸੀ। ਅੱਧਿਓਂ ਜ਼ਿਆਦਾ ਮਤਲਬ ਜਿਹੜੀ ਕਵਰੇਜ ਸੀਗੀ ਮੈਂ 3-4 ਆਰਟੀਕਲ 38 ਸਾਲ ਦੀ ਉਮਰ 'ਚ ਲਿਖ ਲਏ। ਲੋਕਾਂ ਨੇ ਕਿਹਾ ਵੀ ਬੜਾ ਯਾਰ ਤੂੰ ਐਡੀ ਛੇਤੀ ਤੈਨੂੰ ਕੀ ਲਿਖਣ ਦੀ ਲੋੜ ਸੀ। ਮੈਨੂੰ ਲੱਗਦਾ ਸੀਗਾ ਪਤਾ ਨਹੀਂ ਕਿਉਂ ਇਹ ਖਿਆਲ ਆਇਆ ਵੀ ਮੇਰੀ ਡੈਥ ਹੋ ਜਾਣੀ ਆ ਛੇਤੀ, ਵੀ ਮੈਂ ਮਰ ਜਾਣਾ ਅਤੇ ਮੈਨੂੰ ਲਿਖ ਲੈਣਾ ਚਾਹੀਦਾ। ਉਹ ਮੈਂ ਲਿਖ ਲਿਆ। ਜਦੋਂ ਅਜੇ ਪਹਿਲਾਂ ਹੀ ਉਹਦਾ ਇੱਕ ਚੈਪਟਰ RC ਮੈਗਜ਼ੀਨ, ਪਾਪਾ ਪ੍ਰੀਤਮ ਸਿੰਘ ਜੀ ਜਿਹੜੇ ਨਵਯੁੱਗ ਵਾਲੇ ਸੀਗੇ, ਨਵਯੁੱਗ ਤਾਂ ਹੈਗਾ, ਪਾਪਾ ਜੀ ਨਹੀਂ ਰਹੇ, ਅਤੇ ਪਾਪਾ ਜੀ ਉਹਨਾਂ ਨੂੰ ਸਾਰੇ ਲੋਕ ਹੀ ਪਾਪਾ ਜੀ ਕਹਿੰਦੇ ਸੀ, ਤਾਂ ਮੈਂ ਵੀ ਕਹਿੰਦਾ ਮੇਰੇ ਨਾਲੋਂ ਭਾਵੇਂ ਉਹ 41 ਸਾਲ ਵੱਡੇ ਸੀਗੇ। ਅਤੇ ਮੈਂ ਆਪਣਾ ਜਦੋਂ ਪਹਿਲਾ ਚੈਪਟਰ ਉਹਦੇ ਵਿੱਚ ਛਪਿਆ ਤਾਂ ਮੈਂ ਉਹ ਲਿਖਿਆ ਸੀ ਮੇਰੀ ਦਾਦੀ ਇੱਕ ਇਤਿਹਾਸ।
ਉਹ ਮੇਰੀ ਦਾਦੀ ਵੱਲੋਂ ਉਹ ਗੱਲਾਂ ਦੱਸੀਆਂ ਗਈਆਂ ਸੀਗੀਆਂ ਵੀ ਜਿੱਦਾਂ ਮਰੇ ਪਸ਼ੂਆਂ ਦਾ ਮਾਸ ਖਾਣਾ, ਅਤੇ ਕਿੱਦਾਂ ਉਹ ਆਪਸ ਵਿੱਚ ਚਾਹੇ ਬਿਮਾਰ ਹੋ ਕੇ ਪਸ਼ੂ ਮਰਿਆ ਹੋਵੇ ਉਹਦੀਆਂ ਢੇਰੀਆਂ ਬਣਾ ਲੈਂਦੇ ਸੀ। ਇੱਦਾਂ ਮੰਨ ਲਓ ਵੀ 15 ਪਰਿਵਾਰ ਸਾਡੇ ਪਿੰਡ 'ਚ 20 ਪਰਿਵਾਰ ਸਾਡੇ ਕਮਿਊਨਿਟੀ ਦੇ ਹੈਗੇ ਆ, ਤਾਂ ਉਹ ਮਾਸ ਜਿਹੜਾ ਆ ਇੱਦਾਂ ਢੇਰੀਆਂ ਬਣਾ ਕੇ ਵੰਡ ਲੈਂਦੇ ਸੀਗੇ। ਸੋ ਇੱਦਾਂ ਹੀ ਜਿੱਦਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਅਤੇ ਜਿਹੜਾ ਗੋਸ਼ਤ ਸੀਗਾ ਉਹ ਟੋਕਰਿਆਂ ਦੇ ਵਿੱਚ ਪਿੰਡਾਂ 'ਚ ਲੈ ਕੇ ਲੋਕ ਇੱਦਾਂ ਘੁੰਮਦੇ ਸੀ ਜਿੱਦਾਂ ਸ਼ਹਿਰਾਂ ਦੇ ਵਿੱਚ ਕੇਲੇ ਅਤੇ ਸੇਬ ਵਿਕਦੇ ਆ, ਇਸ ਤਰੀਕੇ ਨਾਲ ਉਸ ਵੇਲੇ ਵੀ ਵਿਕਦੇ ਸੀ। ਇਹ ਗੱਲਾਂ ਜਦੋਂ ਦਾਦੀ ਮੇਰੀ ਨੇ ਦੱਸੀਆਂ ਬਹੁਤ ਸਾਰੀਆਂ ਇੱਦਾਂ ਦੀਆਂ, ਜਿੱਦਾਂ ਐਲਿਜ਼ਾਬੈਥ ਕਦੋਂ ਉਹ ਮਲਕਾ ਜਿਹੜੀ ਆ ਬਣੀ, ਉਹਦਾ ਜਾਰਜ ਪੰਜਮ ਬਾਰੇ ਜਿਹੜੀਆਂ ਗੱਲਾਂ ਵੀ ਕਦੋਂ ਆਇਆ, ਕੀ ਗੱਲਬਾਤ ਸੀ, ਅਤੇ ਮੈਨੂੰ ਲੱਗਿਆ ਵੀ ਇਹ ਗੱਲ ਮੈਂ ਲਿਖਾਂ। ਜਦੋਂ ਪਹਿਲਾ ਹੀ ਚੈਪਟਰ ਛਪਿਆ ਉਹਦੇ ਵਿੱਚ 1997 'ਚ, ਅਤੇ ਤੁਹਾਨੂੰ ਪਤਾ ਆ ਵੀ ਪੰਜਾਬੀ ਦੀ ਅਜੀਤ ਕੌਰ ਬਹੁਤ ਇੱਕ ਵੱਡੀ ਰਾਈਟਰ ਆ, ਜਿਹੜੀ ਫਿਕਸ਼ਨ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਆ। ਉਹਨਾਂ ਨੇ ਮੈਨੂੰ ਕਿਹਾ ਵੀ ਪਾਪਾ ਪ੍ਰੀਤਮ ਸਿੰਘ ਤੋਂ ਕਿਹਾ ਵੀ ਇੱਕ ਪੰਜਾਬ ਦਾ ਕੋਈ ਬਜ਼ੁਰਗ ਜਿਹਾ ਬੰਦਾ ਆ, ਉਹਦੀ ਲੈਂਗੁਏਜ ਤੋਂ ਇੱਦਾਂ ਲੱਗਦਾ, ਤਾਂ ਤੁਸੀਂ ਮੈਨੂੰ ਉਹਦਾ ਸਰਨਾਮਾ ਦਿਓ, ਮੈਂ ਚਿੱਠੀ ਪਾਉਣੀ ਆ। ਉਹਨਾਂ ਨੇ ਪਾਪਾ ਜੀ ਨੇ ਇਹ ਦੱਸਿਆ ਵੀ ਉਹਦਾ ਹੈਗਾ ਹੀ ਅਜੇ ਮੁੰਡਾ ਜਿਹਾ ਹੀ ਆ, ਅਤੇ ਤੁਸੀਂ ਫ਼ੋਨ ਨੰਬਰ ਲੈ ਲਓ, ਗੱਲ ਕਰੋ। ਐਨੀ ਹੋ ਮੇਰੀ ਗੱਲ ਉਹਨਾਂ ਨਾਲ ਹੋ ਗਈ। ਕਿਤਾਬ ਜਿਹੜੀ ਮੈਂ ਤੁਹਾਨੂੰ ਦੱਸਦਾ ਛਾਂਗਿਆ ਰੁੱਖ, ਅਤੇ ਇਹ 16ਵੀਂ ਵਾਰੀ ਛਪ ਕੇ ਆਈ ਆ ਕਿਤਾਬ। ਇਹ ਲਿਖਿਆ ਹੈ ਨਾ ਉੱਤੇ 16ਵੀਂ ਵਾਰ 2021। ਸਹੀ ਹੈ। ਇਸ ਤਰੀਕੇ ਨਾਲ ਇਹ ਕਿਤਾਬ ਜਿਹੜੀ ਆ ਹੁਣ ਭਾਰਤ ਦੀਆਂ ਕਈ ਭਾਸ਼ਾਵਾਂ ਵਿੱਚ ਛਪ ਚੁੱਕੀ ਆ। ਉਸ ਤੋਂ ਇਲਾਵਾ ਇਹ ਰਸ਼ੀਅਨ ਲੈਂਗੁਏਜ ਦੇ ਵਿੱਚ ਡਾਕਟਰ ਅੰਨਾ ਬੋਸ਼ਕੋਵਸਕਾਇਆ, ਮੈਂ ਤਾਂ ਅੰਨਾ ਹੀ ਉਹਨਾਂ ਨੂੰ ਕਹਿੰਦਾ ਹੁੰਦਾ, ਉਹਨਾਂ ਨੇ ਰਸ਼ੀਅਨ ਦੇ ਵਿੱਚ ਇਹਨੂੰ ਟਰਾਂਸਲੇਸ਼ਨ ਕੀਤੀ ਹੈ ਇਹਦੀ, ਅਤੇ ਉਹ ਉੱਥੇ ਮਾਸਕੋ ਸਟੇਟ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈਗੇ ਆ। ਅਤੇ ਉਹ ਮੈਨੂੰ ਮੇਲ ਆਈ ਸੀਗੀ ਵੀ ਤੁਹਾਡਾ ਅਸੀਂ ਇੱਕ ਚੈਪਟਰ ਕਰਨਾ ਚਾਹੁੰਦੇ ਹਾਂ, ਪਰ ਮੈਂ ਪਰਮਿਸ਼ਨ ਦਿਓ। ਮੈਂ ਉਹਨਾਂ ਨੂੰ ਅੱਗੇ ਰਿਕੁਐਸਟ ਲਿਖ ਦਿੱਤੀ ਵੀ ਤੁਸੀਂ ਸਾਰੀ ਕਿਤਾਬ ਕਰ ਦਿਓ, ਪਰ ਉਹ ਮੰਨੇ ਨਹੀਂ ਸੀ। ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪ ਹੀ ਇੱਛਾ ਜ਼ਾਹਰ ਕਰ ਦਿੱਤੀ, ਅਤੇ ਉਹਨਾਂ ਨੂੰ ਕਿਤਾਬ ਪਸੰਦ ਆਈ, ਤਾਂ ਉਹਨਾਂ ਨੇ ਹੁਣ ਕਿਤਾਬ ਤਿਆਰ ਆ, ਅਤੇ ਮੈਂ ਅਗਲੇ ਸਾਲ ਮਾਸਕੋ ਸਟੇਟ ਯੂਨੀਵਰਸਿਟੀ ਦੇ ਵਿੱਚ ਜਿਹੜਾ ਫੰਕਸ਼ਨ ਹੋਊਗਾ ਉਹਦੇ ਵਿੱਚ ਹਾਜ਼ਰ ਹੋਊਗਾ। ਉਹ ਕਹਿੰਦੇ ਵੀ ਤੇਰੀ ਹਾਜ਼ਰੀ ਵਿੱਚ ਅਸੀਂ ਕਿਤਾਬ ਇਹ ਰਿਲੀਜ਼ ਕਰਾਂਗੇ। ਸੋ ਇਹ ਉਹ ਤੋਂ ਇਲਾਵਾ ਇਹ ਪੋਲਿਸ਼ ਲੈਂਗੁਏਜ ਵਿੱਚ ਵੀ ਟਰਾਂਸਲੇਟ ਹੋ ਗਈ ਆ। ਉੱਥੇ ਦੀਆਂ 2 ਯੂਨੀਵਰਸਿਟੀਆਂ ਦੇ ਸਿਲੇਬਸਾਂ 'ਚ ਇਹ ਇੱਕ 'ਚ ਤਾਂ ਲੱਗ ਗਈ ਆ, ਇੱਕ ਦੂਜੀ ਦੇ ਵਿੱਚ ਅਜੇ ਲੱਗਣੀ ਆ, ਵਾਰਸਾ ਯੂਨੀਵਰਸਿਟੀ ਅਤੇ ਹੈਲੈਂਸਕੀ ਯੂਨੀਵਰਸਿਟੀ। ਉਹਨਾਂ ਦੇ ਵਿੱਚ ਇਹਦੀ ਚਰਚਾ ਜਿਹੜੀ ਆ ਚੱਲਦੀ ਆ। ਹਾਂਜੀ, ਬਹੁਤ ਸਾਰੀਆਂ ਤੁਸੀਂ ਹੁਣ ਅੱਗੇ ਗੱਲਾਂ ਪੁੱਛੋ, ਦੱਸੋ, ਮੈਂ ਵੀ ਦੱਸਦਾ ਵੀ ਇਹ ਕਿਤਾਬ ਦੇ ਉੱਤੇ ਜਿੱਦਾਂ ਤੁਸੀਂ PhD ਦੀਆਂ ਗੱਲਾਂ ਕਰੋਗੇ ਜਾਂ ਹੋਰ ਕਰੋਗੇ, ਬਹੁਤ ਸਾਰੀਆਂ PhDਆਂ ਮੇਰੀਆਂ ਕਿਤਾਬਾਂ ਛਾਂਗਿਆ ਰੁੱਖ ਅਤੇ ਪੋਇਟਰੀ 'ਤੇ ਹੋ ਚੁੱਕੀਆਂ। ਹਾਂਜੀ, ਮਧੂਪੁਰੀ ਸਾਹਿਬ, ਤੁਸੀਂ ਗੱਲ ਕੀਤੀ ਛਾਂਗਿਆ ਰੁੱਖ ਦੀ, ਜਿਹੜੀ ਤੁਹਾਡੀ ਆਪਣੀ ਸਵੈ ਜੀਵਨੀ ਆ, ਜਿਹੜਾ ਤੁਸੀਂ ਆਪਣੇ ਪਿੰਡੇ 'ਤੇ ਦਰਦ ਹਟਾਇਆ, ਕੀ ਇਹ ਉਹ ਜਿਹੜੇ ਹਾਲਾਤ ਸੀਗੇ ਉਸ ਸਮੇਂ ਦੇ ਜਿਹੜੇ ਦਲਿਤ ਭਾਈਚਾਰਾ ਸੀ ਉਹਨਾਂ ਦੇ ਨਾਲ ਮੇਲ ਖਾਂਦੇ ਸਨ? ਮੇਲ ਖਾਂਦੇ ਕੀ, ਮੈਂ ਤਾਂ ਆਪ ਹੀ ਕਦੀ ਮੈਂ ਛੋਟਾ ਹੁੰਦਾ ਜਦੋਂ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ, ਜਾਂ ਮੈਂ ਮਿਡਲ ਸਕੂਲ 'ਚ, ਹਾਈ ਸਕੂਲ 'ਚ, ਈਵਨ ਮੈਂ ਤੁਹਾਨੂੰ ਦੱਸਾਂ ਵੀ 11ਵੀਂ 12ਵੀਂ ਤੱਕ ਵੀ ਪੜ੍ਹਦਾ ਹੋਇਆ, ਜਿਹੜੀ ਤੁਸੀਂ ਪਿੰਡਾਂ ਦੇ ਵਿੱਚ ਜਿਹੜੇ ਬੇਲਣਾ ਚੱਲਦਾ ਜਿੱਥੇ ਗੁੜ ਬਣਦਾ ਆ, ਉੱਥੇ ਜਿਹੜੀ ਮੈਲ ਆ ਉਹ ਮੈਂ ਬਾਲਟੀਆਂ ਢੋਂਦਾ ਹੀ ਰਹਿੰਦਾ ਸੀਗਾ ਸਰਦੀਆਂ ਨੂੰ, ਤਾਂ ਉਹ ਅਸੀਂ ਉਹਦੇ ਵਿੱਚ ਚੌਲ ਰਿੰਨ ਕੇ ਅਤੇ ਉਹ ਖਾਂਦੇ ਰਹਿੰਦੇ ਸੀਗੇ। ਹਾਲਾਂਕਿ ਉਹ ਕੁੱਤੇ ਵੀ ਸਾਡੇ ਨਾਲ ਹੀ ਤੁਰੇ ਰਹਿੰਦੇ, ਉਹ ਕੁੱਤਿਆਂ ਨੂੰ ਨਾ ਇੱਦਾਂ ਡੋਰਾ ਭਰਾ ਕੇ ਪਰੇ ਪਾਉਂਦੇ ਸੀਗੇ ਜਦੋਂ ਗੁੜ ਦੇ ਚੁੱਭੇ 'ਤੇ, ਅਤੇ ਅਸੀਂ ਡਰਦੇ ਰਹਿੰਦੇ, ਕਈ ਵਾਰੀ ਪੈਰਾਂ 'ਤੇ ਛਾਲੇ ਪੈ ਜਾਂਦੇ ਸੀ। ਸੋ ਇੱਦਾਂ ਦੇ ਹਾਲਾਤ ਸੀਗੇ। ਦੂਜੀ ਗੱਲ ਮੈਂ ਹੋਰ ਵੀ ਦੱਸਣੀ ਆ ਵੀ ਜਿੱਦਾਂ ਅਸੀਂ ਦਿਹਾੜੀ ਕਰਨ ਜਾਂਦੇ ਸੀਗੇ ਅਤੇ ਆਪਣਾ ਕੌਲੀ ਅਤੇ ਗਲਾਸ ਨਾਲ ਲੈ ਕੇ ਜਾਈਦਾ ਸੀ, ਅਤੇ ਉਹ ਵੀ ਇੱਕ ਹਾਲਾਤ ਸੀ ਵੀ ਰੋਟੀ ਜਿਹੜੀ ਆ ਉਹ ਜ਼ਿਮੀਂਦਾਰ ਪਰਿਵਾਰ ਦੇ ਲੋਕ ਜਿਹੜੇ ਸੀਗੇ ਉਹ ਦੂਰੋਂ ਇੱਦਾਂ ਸਿੱਟ ਦਿੰਦੇ ਸੀ ਥੱਲੇ ਨੂੰ, ਅਤੇ ਅਸੀਂ ਇੱਦਾਂ ਆਪਣੇ ਪੱਤਲ ਜਿਹੀ ਬਣਾ ਲਈਦੀ ਸੀ ਹੱਥਾਂ ਦੀ, ਅਤੇ ਉਹ ਕਰ ਲਈਦਾ। ਉਹ ਦਾਲ ਸਬਜ਼ੀ ਵੀ ਇੰਨੀ ਦੂਰੋਂ ਪਾਉਂਦੇ ਸੀਗੇ ਵੀ ਕਈ ਵਾਰੀ ਪੈਰਾਂ 'ਤੇ ਛਾਲੇ ਪੈ ਜਾਂਦੇ ਸੀ। ਉਹ ਇੰਨੀ ਗਰਮ ਅਤੇ ਇੱਦਾਂ ਹੀ ਸਿੱਟ ਦਿੰਦੇ ਸੀਗੇ ਵੀ ਜਿਹੜੀ ਜ਼ਮੀਨ 'ਤੇ ਬੈਠੇ ਹੋਈਦਾ ਸੀ ਉਹਨਾਂ ਦੇ ਵਿਹੜਿਆਂ ਦੇ ਵਿੱਚ, ਅਤੇ ਉਹ ਕਈ ਵਾਰੀ ਹੋ ਜਾ। ਹੋਰ ਤਾਂ ਹੋਰ ਮੈਂ ਤੁਹਾਨੂੰ ਗੁਰਦੁਆਰੇ ਦੀ ਗੱਲ ਦੱਸਾਂ ਵੀ ਉਹਦੇ ਵਿੱਚ ਵੀ ਸਾਨੂੰ ਜਾਣ ਨਹੀਂ ਸੀ ਦਿੰਦੇ ਗੁਰਦੁਆਰੇ,
ਤੇ ਅਸੀਂ ਜਿਹੜੀਆਂ ਖਿੜਕੀਆਂ ਗੁਰਦੁਆਰੇ ਦੀਆਂ ਉਹਦੀਆਂ ਖਿੜਕੀਆਂ ਤੇ ਚੜ੍ਹਦੇ ਉੱਤੇ ਨੂੰ ਦੇਖਦੇ ਰਹੀਦਾ ਸੀਗਾ ਵੀ ਅੰਦਰ ਕੀ ਹੁੰਦਾ। ਤੇ ਸਾਨੂੰ ਉੱਥੇ ਵੀ ਇਦਾਂ ਦੇ ਸ਼ਬਦ ਬੋਲ ਦਿੰਦੇ ਸੀਗੇ ਭਾਈ, ਜਿਹੜੇ ਉੱਥੇ ਧਾਰਮਿਕ ਸਥਾਨ ਤੇ ਨਹੀਂ ਬੋਲਣੇ ਚਾਹੀਦੇ ਉਹ ਸ਼ਬਦ ਵੀ ਬੋਲ ਦਈਦੇ। ਤੇ ਪਤਾ ਨਹੀਂ ਕਿੱਦਾਂ ਮਿਹਰਬਾਨੀ ਮੇਰੇ ਤੇ ਹੋ ਗਈ ਗੁਰੂ ਸਾਹਿਬਾਨ ਦੀ ਵੀ ਮੈਂ ਮੁੜ ਕੇ ਗੁਰਦੁਆਰੇ ਹੀ ਨਹੀਂ ਗਿਆ। ਤੀਜੀ ਚੌਥੀ 'ਚ ਪੜ੍ਹਦਾ ਸੀਗਾ ਜਦੋਂ, ਮੈਂ ਨਹੀਂ ਗਿਆ। ਪਰ ਸਾਡਾ ਵਿਸ਼ਵਾਸ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਦਾਂ ਹੀ ਬਣਿਆ ਰਿਹਾ, ਜਿਹਦੇ ਵਿੱਚ ਮਨੁੱਖਤਾ ਦਾ ਇੱਕ ਸੰਦੇਸ਼ ਆ। ਉਹ ਭਾਵੇਂ ਕਬਜ਼ਾ ਕੀਤਾ ਆ ਹੋਰਨਾਂ ਨੇ, ਪਰ ਉਹ ਸੰਦੇਸ਼ ਸਾਰਿਆਂ ਲਈ ਆ, ਦੁਨੀਆ ਵਾਸਤੇ ਸੰਦੇਸ਼ ਆ ਵੀ ਜਿਹੜੀ ਆ ਵੀ ਏਕਸ ਪਿਤਾ ਏਕਸ ਕੇ ਹਮ ਬਾਰਕ, ਜਾਂ ਇੱਦਾਂ ਦੀਆਂ ਆਉਂਦੀਆਂ ਉਹਦੇ ਵਿੱਚ ਤੁਕਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ 'ਚ, ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦੇਸੇ ਬਾਹਰਾ ਜੀਓ। ਸਾਰੇ ਮਨੁੱਖ ਬਰਾਬਰ ਆ, ਕੋਈ ਫਰਕ ਨਹੀਂ ਆ। ਰੰਗਾਂ ਦੀ ਜਿੱਥੇ ਤੱਕ ਗੱਲ ਆਉਂਦੀ ਆ, ਗੁਰੂ ਗੋਬਿੰਦ ਸਿੰਘ ਨੇ ਤਾਂ ਹੋਰ ਵੀ ਨਵੇੜਾ ਕਰ ਦਿੱਤਾ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਕੋ। ਹੁਣ ਜਿਹੜਾ ਡਿਸਕ੍ਰਿਮੀਨੇਸ਼ਨ ਅਜੇ ਵੀ ਚੱਲਦਾ, ਜਾਂ ਗੁਰਦੁਆਰਿਆਂ 'ਚ ਅੰਦਰ ਬਹੁਤ ਸੋਹਣੀ ਗੱਲਬਾਤ ਕਰਦੇ ਆ ਲੋਕ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਬਾਹਰ ਆ ਕੇ ਕੀ ਸੱਪ ਸੁੰਘ ਜਾਂਦਾ ਉਹਨਾਂ ਹੀ ਲੋਕਾਂ ਨੂੰ ਜਿਹੜੇ ਅੰਦਰ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇੰਨੀਆਂ ਗੱਲਾਂ ਕਰਦੇ ਵਧੀਆ, ਬਾਹਰ ਆ ਕੇ ਕੀ ਹੋ ਜਾਂਦਾ। ਜਿਹੜਾ ਕਹਿੰਦੇ ਆ ਉਹ ਸਮਾਜ ਦੇ ਵਿੱਚ ਪ੍ਰੈਕਟਿਸ ਦੇ ਰੂਪ ਵਿੱਚ ਨਹੀਂ ਹੈਗਾ। ਹੁਣ ਤਾਂ ਹੋ ਰਿਹਾ ਵੀ ਗੁਰਦੁਆਰੇ ਕਈ ਵਾਰੀ ਵਰਤ ਲੈਂਦੇ ਆ ਗੁਰਦੁਆਰਿਆਂ ਨੂੰ ਸਾਡੇ ਲੋਕਾਂ ਦੇ ਭਾਈਚਾਰਿਆਂ ਦੇ ਖਿਲਾਫ ਵੀ ਜੇ ਇੰਨੇ ਤੇ ਦਿਹਾੜੀ ਤੇ ਕੰਮ ਕਰਨਾ, ਝੋਨਾ ਲਾਉਣਾ, ਆਹ ਕਰਨਾ ਤਾਂ ਠੀਕ ਆ, ਨਹੀਂ ਆ ਤਾਂ ਦੇਖ ਲਓ ਅਸੀਂ ਤੁਹਾਡਾ ਹੁੱਕਾ ਪਾਣੀ ਬੰਦ ਕਰ ਦਿਆਂਗੇ। ਇੱਦਾਂ ਦੇ ਬਈ ਕਈ ਵਾਰੀ ਪੰਜਾਬ ਦੇ ਵਿੱਚ ਬਾਈਕਾਟ ਹੋਏ ਆ ਤੇ ਹੁੰਦੇ ਰਹਿੰਦੇ ਆ। ਫਿਰ ਵੀ ਮੈਂ ਵੀ ਚਾਹੁੰਦਾ ਆ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੀ ਗੱਲ ਚੱਲੇ, ਪਰ ਦੋਹਾਂ ਧਿਰਾਂ ਨੂੰ ਉਹਦੇ ਵਾਸਤੇ ਸੋਚਣ ਦੀ ਲੋੜ ਆ, ਖਾਸ ਤੌਰ 'ਤੇ ਜ਼ਿਮੀਂਦਾਰ ਭਾਈਚਾਰੇ ਨੂੰ ਭਈ ਇਹ ਵੀ ਸਾਡੇ ਹੀ ਆ, ਅਸੀਂ ਵੀ ਉਹਨਾਂ ਦੇ ਹੀ ਆ। ਇਹਨਾਂ ਨੂੰ ਇੱਕ ਗੁਲਾਮ ਬਣਾ ਕੇ ਨਾ ਰੱਖੀਏ, ਇਹਨਾਂ ਨੂੰ ਗੁਰੂਆਂ ਦੇ ਮੁਤਾਬਕ ਇੱਕ ਬਰਾਬਰੀ ਦਾ, ਮਨੁੱਖ ਹੋਣ ਦਾ ਦਰਜਾ ਜਿਹੜਾ ਰਲ ਮਿਲ ਕੇ ਦਈਏ ਲਈਏ। ਸੋ ਇੱਦਾਂ ਦੀ ਗੱਲ ਜਿਹੜੀ ਆ, ਅਤੇ ਮੇਰਾ ਜਿਹੜਾ ਜੀਵਨ ਆ, ਜੋ ਮੈਂ ਲਿਖਿਆ ਕਿਤਾਬ ਦੇ ਵਿੱਚ, ਇਹ ਬਿਲਕੁਲ ਸਹੀ ਆ। ਤੁਸੀਂ ਉਸ ਵੇਲੇ ਦਾ ਕਿਸੇ ਵੀ ਬੰਦੇ ਤੋਂ, ਮੇਰੀ ਉਮਰ ਦਾ ਜਾਂ ਮੇਰੇ ਤੋਂ ਜ਼ਿਆਦਾ ਉਮਰ ਦਾ ਬੰਦੇ ਨੂੰ, ਕਿਸੇ ਨੂੰ ਵੀ ਪੁੱਛ ਕੇ ਦੇਖੋ, ਤੁਹਾਨੂੰ ਮੇਰੇ ਨਾਲੋਂ ਵੀ ਦਰਦਨਾਕ ਘਟਨਾਵਾਂ ਜਿਹੜਾ ਉਹ ਦੱਸ ਸਕਦਾ। ਅਤੇ ਇਹ ਸਮਾਜਿਕ ਸੱਚ ਆ। ਸਾਡਾ ਇਹ ਜਿਹੜਾ ਢਾਂਚਾ ਆ ਵਰਣ ਵਿਵਸਥਾ ਦਾ, ਜਾਤ ਪਾਤ ਦਾ, ਇਹਦੇ ਕਰਕੇ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾ ਰਿਹਾ। ਊਚ ਨੀਚ, ਅਛੂਤ, ਜਾਤੀਵਾਦ, ਇਹ ਜਿਹੜਾ ਸਾਡੇ ਦੇਸ਼ ਨੂੰ ਅਤੇ ਸਮਾਜ ਨੂੰ ਕਮਜ਼ੋਰ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਿਹਾ। ਸਾਡੀ ਨਜ਼ਰ ਜਾਂ ਸਾਡਾ ਸੋਚਣ ਦਾ ਤਰੀਕਾ ਉਹਦੇ ਅਗੇਂਸਟ ਹੋਣਾ ਚਾਹੀਦਾ ਹੈ ਵੀ ਜਦ ਸਾਰੇ ਬਰਾਬਰ ਆ ਤਾਂ ਫਿਰ ਬਾਕੀ ਗੱਲਾਂ ਕਿੱਥੋਂ ਆ ਗਈਆਂ। ਕਾਨੂੰਨ ਦੀ ਨਜ਼ਰ 'ਚ ਸਾਰੇ ਬੰਦੇ ਬਰਾਬਰ ਆ, ਮਤਲਬ ਹਿਊਮੈਨਿਟੀ ਦੇ ਤੌਰ 'ਤੇ ਸਾਰੇ ਬਰਾਬਰ ਆ। ਜੇ ਉਹਨਾਂ ਨੂੰ ਹਿਊਮਨ ਰਾਈਟਸ ਬਰਾਬਰ ਮਿਲਣਗੇ ਤਾਂ ਦੂਜੇ ਨੂੰ ਕੀ ਨੁਕਸਾਨ ਹੋ ਰਿਹਾ। ਮੈਂ ਇੱਕ ਰੱਖਿਆ ਸਲੋਗਨ, ਮੈਂ ਤੁਹਾਨੂੰ ਅੱਜ ਸਾਂਝਾ ਕਰਦਾ। ਇਹ ਜਿਹੜਾ ਧਰਤੀ ਦਾ ਟੁਕੜਾ ਜਿਹਨੂੰ ਅਸੀਂ ਭਾਰਤ ਕਹਿੰਦੇ ਹਾਂ, ਇਹ ਕਬਜ਼ਾ ਕਿਸੇ ਹੋਰ ਨੇ ਕੀਤਾ। ਉਹਦੀਆਂ ਦੋ ਤਿੰਨ ਗੱਲਾਂ, ਜ਼ਮੀਨਾਂ ਸਾਡੀਆਂ, ਕਬਜ਼ਾ ਹੋਰਨਾਂ ਨੇ ਕੀਤਾ। ਮੈਂ ਜਦੋਂ ਸਾਡੀਆਂ ਕਹਿੰਦਾ ਤਾਂ ਇਹਦਾ ਮਤਲਬ ਇਹ ਵੀ ਅਸੀਂ ਇਸ ਦੇਸ਼ ਦੇ ਮੂਲ ਨਿਵਾਸੀ ਹਾਂ। ਧਰਮ ਸਿੱਖੀ ਲਈ ਕੁਰਬਾਨੀਆਂ ਸਾਡੀਆਂ, ਉੱਥੇ ਕਬਜ਼ਾ ਹੋਰਨਾਂ ਨੇ ਕੀਤਾ। ਵੋਟਾਂ ਸਾਡੀਆਂ ਜ਼ਿਆਦਾ, ਰਾਜ ਸਾਡੇ 'ਤੇ ਹੋਰ ਕੋਈ ਕਰਦਾ। ਇਹ ਜਿਹੜੀਆਂ ਗੱਲਾਂ ਆ ਨਾ, ਇਹ ਸਮਝਣ ਵਾਲੀਆਂ ਹੈਗੀਆਂ। ਅਤੇ ਇਸੇ ਸੰਬੰਧ ਵਿੱਚ ਇੱਕ ਆਪਣੇ ਹਿਊਮਨ ਰਾਈਟਸ ਦੀ ਗੱਲ ਚੱਲੀ ਸੀ, ਆਦਿ ਧਰਮ ਮੰਡਲ ਪੰਜਾਬ ਦੀ, ਜਿਹੜਾ 1926 ਵਿੱਚ ਬਣਿਆ। ਮਾਲਪੁਰ ਦੇ ਲਾਗੇ ਇੱਕ ਪਿੰਡ ਆ ਮੁੱਗੋਵਾਲ, ਉੱਥੇ ਦੇ ਗਦਰੀ ਬਾਬਾ ਮੰਗੂ ਰਾਮ ਨੇ ਜਦੋਂ ਉਹ ਗਦਰ ਪਾਰਟੀ ਤੋਂ ਵਾਪਸ ਆ ਗਏ, 39 ਸਾਲ ਦੀ ਉਮਰ 'ਚ ਆ ਗਏ ਸੀਗੇ, 1925 'ਚ ਆ ਗਏ ਸੀ ਉਹ ਵਾਪਸ, ਤਾਂ ਉਹਨਾਂ ਨੇ ਆਪਣੇ ਗਰੀਬ ਲੋਕਾਂ ਵਾਸਤੇ, ਜਿਨ੍ਹਾਂ ਕੋਲ ਅਧਿਕਾਰ ਨਹੀਂ ਸੀਗੇ, ਉਹਨਾਂ ਦੀ ਬਰਾਬਰੀ ਵਾਸਤੇ ਇਹ ਸਾਰਾ ਕੁਛ ਕੀਤਾ ਅਤੇ ਗੁਲਾਮੀ ਦੇ ਖਿਲਾਫ ਬਹੁਤ ਵੱਡਾ ਕੰਮ ਕੀਤਾ। ਅਤੇ ਜਿਹਦੇ ਵਿੱਚ ਪਹਿਲੀ ਵਾਰੀ ਜਿਨ੍ਹਾਂ ਨੂੰ ਅੱਜ ਦਲਿਤ ਕਿਹਾ ਜਾਂਦਾ, ਉਸ ਵੇਲੇ ਅਛੂਤ ਕਿਹਾ ਜਾਂਦਾ ਸੀ। ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਓਪਰੈਸਡ ਕਲਾਸਿਸ। ਅਤੇ ਉਸ ਵੇਲੇ ਜਿਨ੍ਹਾਂ ਕੋਲ ਇਹ ਸ਼ਰਤ ਰੱਖੀ ਗਈ, ਹਟਨ ਉਸ ਵੇਲੇ ਜਿਹੜਾ ਸੈਂਸਸ ਦਾ ਚੀਫ ਸੀਗਾ,
ਅੰਗਰੇਜ਼ ਜਿਹਨੇ ਸੈਂਸਸ ਮਰਦਮਸ਼ੁਮਾਰੀ ਵੇਲੇ ਉਹਨੇ ਕਿਹਾ ਵੀ ਅਛੂਤ ਹੈ ਕੌਣ, ਪਤਾ ਤਾਂ ਲੱਗੇ। ਉਹ ਸਾਰੀ ਇੱਕ ਫਿਰ ਲਿਸਟ ਬਣੀ, ਉਹਦੇ ਮੁਤਾਬਕ ਕਿਹਦੇ ਕੋਲ ਅਧਿਕਾਰ ਨਹੀਂ ਹੈਗੇ ਤਾਂ ਉਹ ਸਾਰੇ ਫਿਕਸ ਕੀਤੇ ਗਏ। ਜਿਹਦੇ ਕੋਲ ਉਸ ਵੇਲੇ ਮੱਝ ਵੀ ਸੀਗੀ ਜਾਂ ਕੋਈ ਹੋਰ ਮਾਲਵਾ ਸੀ ਜਾਂ ਕੋਈ ਹੋਰ ਚੀਜ਼ 50 ਰੁਪਏ ਦੀ ਵੀ ਸੀਗੀ ਤਾਂ ਉਹਨੂੰ ਵੋਟ ਦਾ ਹੱਕ ਜਿਹੜਾ ਪਹਿਲੀ ਵਾਰੀ ਦਿੱਤਾ ਗਿਆ। ਦੂਜਾ ਵੀ ਰਾਈਟ ਟੂ ਪ੍ਰੋਪਰਟੀ ਦੀ ਗੱਲ ਚੱਲੀ, ਉਹ ਵੀ ਥੋੜ੍ਹਾ ਥੋੜ੍ਹਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਅਛੂਤਾਂ ਨੂੰ ਆਪਣਾ ਘਰ ਖਰੀਦਣ ਦਾ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਸੀ, ਤਾਂ ਕਿ ਉਹ ਕੋਠਾ ਨਹੀਂ ਸੀ ਪਾ ਸਕਦੇ ਆਪਣਾ। ਉਹ ਜ਼ਿਮੀਂਦਾਰਾਂ ਦੀ ਦਿੱਤੀ ਹੋਈ ਜ਼ਮੀਨ 'ਤੇ ਹੀ ਆਪਣੇ ਘਰ ਬਣਾਉਂਦੇ ਸੀਗੇ। ਜੇ ਕਿਤੇ ਝਗੜਾ ਹੋ ਜਾਣਾ ਉਹਨੇ ਕਹਿਣਾ ਵੀ ਉਹ ਦੇੜ ਲਾ ਯਾਰ, ਤੂੰ ਆਪਣਾ ਚੁੱਕ ਲਾ ਇੱਥੋਂ ਚੱਲ ਜਾ, ਅਤੇ ਉਹਦੇ ਜ਼ਮੀਨ ਨਹੀਂ ਸੀ ਨਾ ਹੋ ਸਕਦੀ। ਉਸ ਵੇਲੇ ਇੱਦਾਂ ਦੀਆਂ ਗੱਲਾਂ ਚੱਲੀਆਂ ਵੀ ਸਾਨੂੰ ਵੀ ਜ਼ਮੀਨਾਂ ਦਾ ਹੱਕ ਹੋਣਾ ਚਾਹੀਦਾ। ਇਹ ਬਾਬੂ ਮੰਗੂ ਰਾਮ, ਗਦਰੀ ਬਾਬਾ ਮੰਗੂ ਰਾਮ ਜੀ ਦੀ ਮਿਹਰਬਾਨੀ ਸੀ ਵੀ ਜਿਹੜੇ ਅਛੂਤ ਭਾਈਚਾਰਿਆਂ ਦੇ ਲੋਕ ਸੀਗੇ ਉਹਨਾਂ ਨੂੰ ਪਹਿਲੀ ਵਾਰੀ ਵਿਦੇਸ਼ਾਂ ਨੂੰ ਜਾਣ ਦੇ ਅਧਿਕਾਰ ਜਿਹੜੇ ਆ ਉਹ ਬ੍ਰਿਟਿਸ਼ ਗੌਰਮੈਂਟ ਨੇ ਦਿੱਤੇ ਆ। ਸੋ ਇਸ ਤਰੀਕੇ ਨਾਲ ਇਹ ਜਿਹੜੀਆਂ ਗੱਲਾਂ ਚੱਲੀਆਂ। ਜੇ ਪੰਜਾਬੀ ਸਾਹਿਤ ਵਿੱਚ ਦਲਿਤ ਸਾਹਿਤ ਦੀ ਗੱਲ ਕਰੀਏ, ਉਹ ਬਹੁਤ ਘੱਟ ਲਿਖਿਆ ਗਿਆ, ਤੁਸੀਂ ਕਿੱਦਾਂ ਸਮਝਦੇ ਆ? ਇਹ ਜਿਹੜੀ ਚੇਤਨਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸ਼ਬਦ ਬਾਰੇ ਥੋੜ੍ਹੀ ਜਿਹੀ ਦੱਸਣੀ ਚਾਹੁੰਦਾ ਵੀ ਇਹ ਦਲਿਤ ਸ਼ਬਦ ਦਾ ਮਤਲਬ ਕੀ ਆ। ਜਿਹੜਾ ਉੱਠਦਾ ਉਹ ਦਲਿਤ ਦਲਿਤ ਕਰਦਾ ਰਹਿੰਦਾ। ਇਹ ਗੱਲ ਨੂੰ ਸਮਝਣ ਦੇ ਪਿੱਛੇ ਇਹਦਾ ਇਤਿਹਾਸ ਕੀ ਹੈਗਾ ਸ਼ਬਦ ਦਾ। ਇਹ ਮਾਧੋਪੁਰੀ ਸਾਹਿਬ, ਇਸੇ ਸਵਾਲ ਦੇ ਨਾਲ ਮੇਰਾ ਇੱਕ ਹੋਰ ਸਵਾਲ ਵਾ। BBC ਤੇ ਤੁਸੀਂ ਇੱਕ ਇੰਟਰਵਿਊ ਕੀਤੀ ਸੀਗੀ, ਉਹਦੇ ਵਿੱਚ ਤੁਸੀਂ ਦਲਿਤ ਸ਼ਬਦ ਨੂੰ ਬੜੇ ਜਿਗਰੇ ਦੇ ਨਾਲ, ਦਲੇਰੀ ਦੇ ਨਾਲ ਅਪਣਾਇਆ, ਪਰ ਹੁਣ ਕਾਨੂੰਨਨ ਉੱਤੇ ਪਾਬੰਦੀ ਲੱਗ ਗਈ। ਕੀ ਇਸ ਸ਼ਬਦ ਵਿੱਚ ਇੱਦਾਂ ਦਾ ਕੀ ਆਪੱਤੀਜਨਕ ਵਾ ਜੀ? ਆਪੱਤੀਜਨਕ ਜਿਹੜੀਆਂ ਸਰਕਾਰਾਂ ਆ ਨਾ, ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ। ਜਿਹੜੀਆਂ ਸੈਕੂਲਰ ਸਰਕਾਰਾਂ ਆ, ਡੈਮੋਕ੍ਰੇਟਿਕ ਸਰਕਾਰਾਂ ਆ, ਉਹਨਾਂ ਦਾ ਤਰੀਕਾ ਜਾਂ ਸਾਡਾ ਲੇਖਕ ਵਰਗ ਜਿਹੜਾ ਹੈਗਾ ਜਾਂ ਇੱਕ ਬੁੱਧੀਜੀਵੀ ਵਰਗ ਆ, ਉਹਦਾ ਸੋਚਣ ਦਾ ਤਰੀਕਾ ਕੀ ਹੈਗਾ, ਉਹ ਸ਼ਬਦਾਂ ਨਾਲ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਲੈਂਦਾ, ਬਿਹੇਵ ਕਰਦਾ ਹੈ। ਮੰਨ ਲਓ ਇਹ ਸ਼ਬਦ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ, ਪੰਜਾਬ ਦੀ ਮੈਂ ਗੱਲ ਇਕੱਲੇ ਦੀ ਪਹਿਲਾਂ ਪੰਜਾਬ ਦੀ ਗੱਲ ਕਰੂੰਗਾ, ਪੰਜਾਬੀ ਵਿੱਚ ਕਦੋਂ ਵਰਤਿਆ ਗਿਆ? ਇਹ 1925 ਦੇ ਵਿੱਚ ਜਦੋਂ ਆਰੀਆ ਸਮਾਜੀ ਲਹਿਰ ਨੇ ਦਲਿਤ ਉਧਾਰ ਸੰਮਤੀ ਜਿਹੜੀ ਬਣਾਈ ਸੀ ਹੁਸ਼ਿਆਰਪੁਰ ਦੇ ਵਿੱਚ, ਅਤੇ ਉਹ ਦਲਿਤ ਸ਼ਬਦ ਉਦੋਂ ਵੀ ਵਰਤਿਆ ਗਿਆ ਸੀ। ਫਿਰ 1928 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਉਹਦੇ ਜਿਹੜਾ ਮੈਮੋਰੰਡਮ ਦਿੱਤਾ ਗਿਆ ਸਾਈਮਨ ਕਮਿਸ਼ਨ ਨੂੰ, ਉਹਦਾ ਜਿਹੜਾ ਟਰਾਂਸਲੇਸ਼ਨ ਹੋਇਆ ਪੰਜਾਬੀ ਵਿੱਚ, ਮੇਰੇ ਕੋਲ ਉਹ ਅਖਬਾਰ ਜਿਹੜੀ ਆ ਹੈਗੀ ਆ ਦੇਸ਼ ਸੇਵਕ 1928 ਦੀ, ਜਿਹੜਾ ਮੈਮੋਰੰਡਮ ਦਾ ਟਰਾਂਸਲੇਸ਼ਨ ਛਪਿਆ ਉਹਦੇ ਵਿੱਚ ਵੀ ਦਲਿਤ ਸ਼ਬਦ ਲਿਖਿਆ। ਉਹ ਓਪਰੈਸਡ ਕਲਾਸਿਸ ਵਾਸਤੇ ਵਰਤਿਆ ਗਿਆ। ਅਤੇ ਦਲਿਤ ਦਾ ਮਤਲਬ ਹੀ ਇਹ ਆ ਵੀ ਦਲਿਆ ਕੁਚਲਿਆ, ਦੱਬਿਆ ਕੁਚਲਿਆ ਆਦਮੀ ਆ, ਦਲਿਆ ਹੋਇਆ, ਜਿਹਦੇ ਕੋਲ ਪੈਰਾਂ ਥੱਲੇ ਮਧੋਲਿਆ ਆ ਬੰਦਾ, ਲਤਾੜਿਆ, ਪਛਾੜਿਆ। ਅਤੇ ਦਲਿਤ ਸ਼ਬਦ ਵਾਸਤੇ ਸਰਕਾਰਾਂ ਨਾਲ ਜਿੱਦਾਂ ਪਾਬੰਦੀਆਂ ਲਾਉਂਦੀਆਂ, ਕੋਈ ਕਹਿੰਦਾ ਜੀ ਮੈਨੂੰ ਇਹ ਤਾਂ ਸੰਵਿਧਾਨਕ ਤੌਰ 'ਤੇ ਸ਼ਡਿਊਲ ਕਾਸਟ ਆ। ਵੀ ਸਾਨੂੰ ਇਹ ਸਿਸਟਮ ਦਿੱਤਾ ਕਿਹਨੇ ਆ? ਜਦ ਮਨੁੱਖ ਸਾਰੇ ਬਰਾਬਰ ਆ, ਅਤੇ ਫਿਰ ਜਿਹੜਾ ਸ਼ਡਿਊਲ ਕਾਸਟ ਸ਼ਬਦ ਆ, ਇਹ ਤਾਂ ਜਾਤੀਵਾਦ ਦੇ ਸ਼ਿਕੰਜੇ 'ਚ ਹੀ ਰਹਿਣਾ। ਕਿਉਂ ਰਹਿਣਾ ਜਦ ਸਾਰੇ ਬਰਾਬਰ ਆ? ਹੁਣ ਅਸੀਂ ਉਸ ਸ਼ਿਕੰਜੇ 'ਚੋਂ ਬਾਹਰ ਨਿਕਲਣਾ ਚਾਹੁੰਦੇ ਹਾਂ। ਮੇਰਾ ਭਾਈਚਾਰਾ, ਮੈਂ ਚਾਹੁੰਦਾ ਹਾਂ ਵੀ ਉਹ ਤੋਂ ਬਾਹਰ ਆਵੇ, ਉਹ ਮਨੁੱਖ ਦਾ ਦਰਜਾ ਹਾਸਲ ਹੋਵੇ ਉਹਨੂੰ। ਉਹਨਾਂ ਨੂੰ ਇੱਦਾਂ ਦੇ ਸ਼ਬਦਾਂ 'ਚ ਨਾ ਫਸਾਇਆ ਜਾਵੇ, ਕਦੇ ਅਛੂਤ ਹੋ ਗਿਆ, ਕਦੀ ਹਰੀਜਨ ਹੋ ਗਿਆ, ਕਦੀ ਦਲਿਤ ਹੋ ਗਿਆ, ਕਦੀ ਹੋਰ ਨਾ ਕੋਈ ਸ਼ਡਿਊਲ ਕਾਸਟ ਹੋ ਗਿਆ। ਇੱਦਾਂ ਦੇ ਜਿਹੜੇ ਸ਼ਬਦਾਂ ਤੋਂ ਵੀ ਹੁਣ ਸਾਨੂੰ ਹੋਰ ਅੱਗੇ ਜਾਣ ਦੀ ਲੋੜ ਹੈ। ਵੀ ਦਲਿਤ ਸ਼ਬਦ ਕੋਈ ਇਤਰਾਜ਼ਜਨਕ ਨਹੀਂ ਆ, ਇਹ ਇੱਕ ਅੰਬਰੇਲੇ ਦਾ ਕੰਮ ਕਰਦਾ, ਛਤਰੀ ਦਾ ਕੰਮ ਕਰਦਾ। ਜਿਹੜੇ ਨਿਮਨ ਜਾਤੀਆਂ ਆ, ਨਿਮਨ ਭਾਈਚਾਰੇ ਆ, ਜਿਹਨਾਂ ਅਧਿਕਾਰਾਂ ਤੋਂ ਵੰਚਿਤ ਲੋਕ ਆ, ਉਹਨਾਂ ਨੂੰ ਇਕੱਠੇ ਕਰਦਾ, ਉਹਨਾਂ ਨੂੰ ਜੋੜਦਾ। ਇਹ ਕਿਸੇ ਧਰਮ ਦੀ ਨਹੀਂ ਗੱਲ ਕਰਦਾ, ਇਹ ਧਰਮਾਂ ਤੋਂ ਉੱਤੇ ਉੱਠ ਕੇ, ਜਾਤਾਂ ਤੋਂ ਉੱਤੇ ਉੱਠ ਕੇ, ਲੈਂਗੁਏਜ ਤੋਂ ਉੱਤੇ ਉੱਠ ਕੇ, ਨਾ ਇਲਾਕਿਆਂ ਦੇ ਵਿੱਚ ਪੈਂਦਾ। ਇਹਦੇ ਲਈ ਜਿਹੜੇ ਖਾਸ ਕਿਸਮ ਦੇ ਲੋਕ ਆ, ਜਿਨ੍ਹਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈਗੇ ਜਾਂ ਘੱਟ ਅਧਿਕਾਰ ਆ, ਉਹਨਾਂ ਦੀ ਬਰਾਬਰੀ ਦਾ ਮਸਲੇ ਦੀ ਗੱਲ ਕਰਦਾ। ਉਹਨਾਂ ਵਿੱਚ ਇੱਕ ਅਧਿਕਾਰ ਚੇਤਨਾ ਦੀ ਗੱਲ ਕਰਦਾ। ਇਹ ਇੱਕ ਸਮਾਜਿਕ ਅੰਦੋਲਨ ਦਾ ਰੂਪ ਜਿਹੜਾ ਆ, ਉਹ ਦਲਿਤ ਸ਼ਬਦ ਨੇ ਹੀ ਅੱਗੇ ਦਿੱਤਾ। ਜਿਹੜੇ ਸਮਾਜਿਕ ਅੰਦੋਲਨਾਂ ਲਈ ਵਰਤਿਆ ਗਿਆ ਸ਼ਬਦ ਆ, ਇਹਦੇ ਲਈ ਜੇ ਕੋਈ ਕਿਸੇ ਨੂੰ ਇਤਰਾਜ਼ ਆ ਤਾਂ ਉਹਨੂੰ ਇਤਰਾਜ਼ ਰਹਿਣ ਦਿਓ। ਜੇ ਕੋਈ ਕਿਸੇ ਨੂੰ, ਮੈਨੂੰ ਹੀ ਆ, ਹੁਣ ਮੈਂ ਆਪਣੀ ਗੱਲ ਕਰਦਾ, ਕਈ ਮੈਨੂੰ ਕਹਿੰਦੇ ਆ ਉਹ ਹੈਗਾ ਬਈ ਉਹ ਸ਼ਡਿਊਲ ਕਾਸਟ ਆ, ਕਹਿਣ ਦਿਓ। ਮੈਂ ਤਾਂ ਨਹੀਂ ਜਾਤ ਪਾਤ ਬਣਾਈ,
ਮੈਂ ਤਾਂ ਇੱਕ ਮਨੁੱਖ ਦੇ ਤੌਰ 'ਤੇ ਦੂਜਿਆਂ ਨਾਲ ਗੱਲ ਕਰਦਾ, ਜਾਂ ਮੈਂ ਦੂਜਿਆਂ ਦੀ ਬਰਾਬਰੀ ਚਾਹੁੰਦਾ, ਮੇਰੇ ਵਰਗੇ ਭਾਈਚਾਰਿਆਂ ਦੇ ਵੀ ਤੁਸੀਂ ਵੀ ਯਾਰ ਹਿੰਮਤ ਕਰੋ, ਪੜ੍ਹੋ ਲਿਖੋ, ਅੱਗੇ ਆਉਣ ਦੀ ਕੋਸ਼ਿਸ਼ ਕਰੋ। ਜੇ ਅਧਿਕਾਰਾਂ ਦੇ ਵਿੱਚ ਕੋਈ ਕਮੀ ਆ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਅਗਲੀ ਗੱਲ, ਜੇ ਮੈਨੂੰ ਕੋਈ ਦਲਿਤ ਰਾਈਟਰ ਕਹਿੰਦਾ, ਦਲਿਤ ਲੇਖਕ ਕਹਿੰਦਾ, ਤਾਂ ਮੈਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ। ਇਹ ਜਿਹੜੀਆਂ ਗੱਲਾਂ ਰਾਜਸੀ ਤੌਰ 'ਤੇ ਦੂਜੇ ਨੂੰ ਇੱਕ ਸ਼ਿਕੰਜੇ 'ਚ ਹੀ ਫਿੱਟ ਰੱਖਣਾ ਸਾਰੀ ਉਮਰ, ਉਹ ਮੈਨੂੰ ਬਹੁਤਾ ਵਾਜਬ ਨਹੀਂ ਲੱਗਦਾ। ਨਾ ਹੀ ਇਹ ਕਿਸੇ ਤਰ੍ਹਾਂ ਸਾਡੀ ਤਰੱਕੀ ਦੇ ਵਿੱਚ ਕੋਈ ਹਿੱਸਾ ਪਾ ਰਿਹਾ ਹੈ। ਮੇਰੀ ਆਪਣੀ ਓਪੀਨੀਅਨ ਇੱਦਾਂ ਦੀ ਹੈ। ਬਾਕੀ ਜਿਹੜੇ ਚੈਨਲ ਇੱਦਾਂ BBC ਹੋਵੇ ਜਾਂ ਹੋਰ ਜਿੰਨੇ ਵੀ ਚੈਨਲ ਕੰਮ ਕਰਦੇ ਆ ਮਨੁੱਖਤਾ ਵਾਸਤੇ, ਇਹ ਮਨੁੱਖ ਦੀ ਸੋਚ ਨੂੰ ਪ੍ਰਗਟਾਉਣ ਲਈ ਉਹ ਵੀ ਉਹਨਾਂ ਵੀ ਯਤਨ ਕਰਦੇ ਆ। ਮੈਨੂੰ ਤਾਂ ਇਹਦੇ ਵਿੱਚ ਕੋਈ ਕਦੀ ਇਤਰਾਜ਼ ਹੀ ਨਹੀਂ ਲੱਗਾ। ਮਾਧੋਪੁਰੀ ਸਾਹਿਬ, ਜੇ ਤੁਹਾਡੇ ਬਚਪਨ ਦੀ ਗੱਲ ਕਰੀਏ, ਜਿਹੜਾ ਤੁਸੀਂ ਦਰਦ ਆਪਣੇ ਪਿੰਡੇ ਤੇ ਹਟਾਇਆ, ਜੇ ਉਸ ਸਮੇਂ ਦੀ ਗੱਲ ਕਰੀਏ ਤਾਂ ਅਜੋਕੇ ਸਮੇਂ ਦੇ ਵਿੱਚ ਕੀ ਫਰਕ ਸਮਝਦੇ ਆ ਬਰਾਬਰਤਾ ਨੂੰ ਲੈ ਕੇ? ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਮੇਰੇ ਜਿਹੜੇ ਇੱਕ ਪਹਿਲਾਂ ਤਾਂ ਮੈਂ ਰਾਈਟਰਾਂ ਬਾਰੇ ਗੱਲ ਕਰਦਾ, ਚਾਹੇ ਉਹ ਕਿਸੇ ਵੀ ਕਾਸਟ ਦਾ ਹੈਗਾ ਬੰਦਾ, ਜੇ ਉਹ ਮਨੁੱਖਤਾ ਦੀ ਗੱਲ ਕਰਦਾ, ਅਗੇਂਸਟ ਕਾਸਟਿਜ਼ਮ ਹਮਲੇ ਕਰਦਾ। ਮੈਂ ਇੱਕ ਮਿਸਾਲ ਦੇ ਤੌਰ 'ਤੇ ਜਗਦੀਸ਼ ਚੰਦਰ ਵੈਦਿਆ ਦੀ ਗੱਲ ਕਰਦਾ। ਉਹ ਸਾਡੇ ਪਿੰਡਾਂ ਦੇ ਹੀ ਸੀਗੇ, ਬਹੁਤ ਵੱਡੇ ਅਫਸਰ ਵੀ ਰਹੇ ਆ। ਉਹਨਾਂ ਨੇ ਜਿਹੜਾ ਆਪਣਾ ਨਾਵਲ ਸੀਗਾ ਧਰਤੀ ਧਨ ਨਾ ਆਪਣਾ, ਉਹ ਤੋਂ ਬਾਅਦ ਵਿੱਚ ਟਰਾਂਸਲੇਸ਼ਨ ਵੀ ਹੋਈ, ਸੀਰੀਅਲ ਬਣੇ ਆ। ਮੈਂ ਕਹਿੰਦਾ ਦਲਿਤ ਵੀ ਉੱਦਾਂ ਨਹੀਂ ਲਿਖ ਸਕਦੇ ਜਿਸ ਤਰੀਕੇ ਨਾਲ, ਜਿਸ ਤਰੀਕੇ ਦੀ ਪੇਸ਼ਕਾਰੀ ਉਹਨਾਂ ਨੇ ਉਹਦੇ ਵਿੱਚ ਕੀਤੀ ਆ। ਉਹ ਜੇ ਉਹ ਬ੍ਰਾਹਮਣ ਸੀਗੇ ਤਾਂ ਉਹਨਾਂ ਨੂੰ ਅਸੀਂ ਕੋਈ ਬਾਈਕਾਟ ਕਰ ਦਈਏ? ਪ੍ਰੋਫੈਸਰ ਗੁਰਦਿਆਲ ਸਿੰਘ ਜੀ ਆ, ਉਹਨਾਂ ਨੇ ਪਹਿਲੀ ਵਾਰੀ ਪੰਜਾਬੀ ਆਪਣੇ ਨਾਵਲਾਂ ਦੇ ਵਿੱਚ ਜਾਤੀਵਾਦ ਦੇ ਅਗੇਂਸਟ ਗੱਲ ਕੀਤੀ ਹੈ। ਉਹ ਕੋਈ ਦਲਿਤ ਨਹੀਂ ਸੀਗੇ। ਉਹ ਜਿਹੜੇ ਰਾਈਟਰ ਕਿਸਮ ਦੇ ਬੰਦੇ ਆ, ਉਹ ਹੈ ਹੀ ਮਨੁੱਖਵਾਦੀ। ਉਹਨਾਂ ਦੀ ਜਿੱਤ 'ਚ ਹੀ ਨਹੀਂ ਆਉਂਦਾ। ਉਹ ਜਸਟਿਸ ਚਾਹੁੰਦੇ ਆ, ਸਮਾਜ ਵਿੱਚ ਇਨਸਾਫ ਚਾਹੁੰਦੇ ਆ ਵੀ ਇਹਨਾਂ ਨਾਲ ਜਾਤੀ ਹੋ ਰਹੀ ਹੈ, ਅਤਿਆਚਾਰ ਹੋ ਰਿਹਾ, ਇਹ ਬੰਦ ਕਰਾਉਣਾ ਹੈ। ਅਤੇ ਇਸ ਤਰੀਕੇ ਦੇ ਨਾਲ ਹੀ ਇਹ ਸਾਰੀ ਗੱਲਬਾਤ ਜਿਹੜੀ ਆ, ਹੁਣ ਚਾਹੇ ਮੈਂ ਲਿਖ ਲਿਆ ਜਾਂ ਮੇਰੇ ਤੋਂ ਪਹਿਲਾਂ ਵੀ ਥੋੜ੍ਹੀ ਬਹੁਤ ਲੱਗਿਓ ਆ ਲੋਕ ਕਰਨ 'ਤੇ, ਚਾਹੇ ਉਹ ਗੁਰਮਤ ਆ, ਸੰਤ ਮਤ ਹੈਗਾ, ਉਹ ਸਾਰੇ ਸ਼ੁਰੂ ਤੋਂ ਹੀ ਲੱਗਿਓ ਆ। ਬੁੱਧ ਲੱਗਿਓ ਆ, ਬੁੱਧ ਵਿਚਾਰਧਾਰਾ ਹੈਗੀ ਆ। ਬਹੁਤ ਸਾਰੇ ਆਪਣੇ ਆਪਣੇ ਤਰੀਕੇ ਨਾਲ ਇਹ ਕੰਮ ਲਗਾਤਾਰ ਹੁੰਦਾ ਹੈ। ਇੱਕ ਮੈਂ ਹੋਰ ਗੱਲ ਕਰਨੀ ਆ ਭਈ, ਚਾਰਵਾਕ ਆ, ਚਾਰਵਾਕ ਬ੍ਰਾਹਮਣ ਸੀ, ਉਹਦੇ ਘਰ ਨੂੰ ਬ੍ਰਾਹਮਣਾਂ ਨੇ ਅੱਗ ਲਾ ਕੇ ਮਾਰ ਦਿੱਤਾ ਕਿਉਂਕਿ ਉਹ ਮਨੁੱਖਤਾ ਦੀ ਗੱਲ ਕਰਦਾ ਸੀ। ਸੋ ਇਸ ਤਰੀਕੇ ਨਾਲ ਇੱਥੇ ਜਿਹੜਾ ਮਨੁੱਖਵਾਦੀ ਆ ਬੰਦਾ, ਉਹ ਬਥੇਰਾ ਕੁਛ ਚੱਲਦਾ ਰਹਿੰਦਾ, ਉਹ ਤਾਂ ਹੁੰਦੇ ਰਹਿੰਦੇ। ਉੱਥੇ ਕਾਸਟ ਰਿਲੀਜਨ ਦਾ ਕੋਈ ਫਰਕ ਨਹੀਂ ਪੈਂਦਾ, ਉਹਨੂੰ ਬੰਦਾ ਦਿਸਦਾ ਕੋਈ ਵੀ ਹੋਵੇ। ਇਸ ਤਰੀਕੇ ਨਾਲ ਹੀ ਹੁਣ ਸਾਡੇ ਜਿੱਦਾਂ ਮੈਂ ਕੋਸ਼ਿਸ਼ ਕੀਤੀ ਆ ਵੀ ਜਿਹੜੀ ਅਧਿਕਾਰ ਚੇਤਨਾ ਆ ਜਾਵੇ, ਇੱਕ ਜਿਹੜਾ ਅਵੇਅਰਨੈਸ ਦਾ ਮੈਂ ਆਪਣੇ ਛੋਟੇ ਜਿਹੇ ਯਤਨਾਂ ਨਾਲ ਕੋਸ਼ਿਸ਼ ਕਰਦਾ ਹਾਂ। ਉਹ ਮੈਂ ਤਾਂ ਆਪਣੇ ਲੱਗਾ, ਹੋਰ ਵੀ ਲੋਕ ਬਹੁਤ ਸਾਰੇ ਕਰਦੇ ਆ, ਕਈ ਗੁੰਮਰਾਹ ਕਰਨ 'ਤੇ ਵੀ ਲੱਗੇ ਹੋ ਆ, ਹੈ ਨਾ, ਆਪਣੇ ਤਰੀਕੇ ਨਾਲ ਹੀ ਕੰਮ ਕਰਦੇ ਆ। ਤੁਸੀਂ ਹੁਣ ਤੱਕ ਕਿੰਨੀਆਂ ਕੁ ਪੁਸਤਕਾਂ ਪੰਜਾਬੀ ਸਾਹਿਤ ਦੇ ਝੋਲੀ ਪਾ ਚੁੱਕੇ ਹੋ? ਸੰਜੀਵ ਜੀ, ਮੇਰੀਆਂ ਹੁਣ ਤੱਕ 14 ਕਿਤਾਬਾਂ ਆ, ਅਤੇ ਬਹੁਤੀਆਂ ਦੇ ਅੱਗੇ ਵੀ ਟਰਾਂਸਲੇਸ਼ਨ ਬਹੁਤ ਜ਼ਿਆਦੀਆਂ ਭਾਸ਼ਾਵਾਂ 'ਚ ਹੋ ਗਿਆ। ਦੂਜਾ, ਮੈਂ ਜਿਹੜਾ ਮੇਨ ਜਿਹੜਾ ਨਾਲ ਇੱਕ ਅਨੁਵਾਦਕ ਦੇ ਤੌਰ 'ਤੇ ਕੰਮ ਕੀਤਾ। ਹੁਣ ਤੱਕ ਮੈਂ 45-46 ਕਿਤਾਬਾਂ ਜਿਹੜੀਆਂ ਟਰਾਂਸਲੇਟ ਕਰ ਚੁੱਕਾ। ਔਰ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਲਈ ਦੱਸ ਦਿਆਂ, ਇਹ ਸਾਰੀਆਂ ਕਿਤਾਬਾਂ ਦੇ ਇਵਜ਼ ਵਿੱਚ ਸਿਵਾਏ 3 ਕੁ ਕਿਤਾਬਾਂ ਦੇ ਮੈਂ ਉਹ, ਕਿਉਂਕਿ ਸਰਕਾਰੀ ਕਿਤਾਬਾਂ ਸੀਗੀਆਂ, ਉਹ ਪੈਸੇ ਮੈਨੂੰ ਮਿਲਣੇ ਹੀ ਸੀਗੇ, ਉਦੋਂ ਉਹ ਕਰ ਨਹੀਂ ਸੀ ਸਕਦੇ। ਜਿਹੜੀਆਂ ਮੈਂ ਪਬਲੀਕੇਸ਼ਨ ਡਿਵੀਜ਼ਨ ਗੌਰਮੈਂਟ ਆਫ ਇੰਡੀਆ ਲਈ ਕੀਤੀਆਂ, ਉਹਨਾਂ ਦਾ ਵੀ ਕੋਈ ਪੈਸਾ ਨਹੀਂ ਲਿਆ। ਪਰ ਇੱਕ ਹੋਰ ਅਦਾਰਾ NBT ਆ, ਉਹਦਾ ਲਈ ਕੰਮ ਕਰੋ ਤਾਂ ਉਹ ਪੈਸੇ ਦਿੰਦੇ ਆ। ਉਹ 3 ਕੁ ਕਿਤਾਬਾਂ ਮੈਂ ਉਹਨਾਂ ਦੀਆਂ ਵੀ ਕੀਤੀਆਂ, ਉਹਦੇ ਮੈਨੂੰ ਪੈਸੇ ਵੀ ਮਿਲੇ ਸੀਗੇ। ਅਗਲੀ ਗੱਲ ਇਹ ਆ ਵੀ ਇਹ ਕਿਤਾਬਾਂ ਜਿਹੜੀਆਂ ਵਰਲਡ ਕਲਾਸ ਲਿਟਰੇਚਰ ਨੂੰ ਰੀਪ੍ਰਜੈਂਟ ਕਰਦੀਆਂ, ਉਹਨਾਂ ਵਿੱਚੋਂ 15 ਕੁ ਕਿਤਾਬਾਂ ਤਾਂ ਮੇਰਾ ਖਿਆਲ ਆ ਵੀ ਇੰਨੀਆਂ ਪੜ੍ਹੀਆਂ ਗਈਆਂ, ਉਹ ਬਾਰ-ਬਾਰ ਛਪੀਆਂ। ਜਿੱਦਾਂ ਛਾਂਗਿਆ ਰੁੱਖ ਦੇ 16 ਐਡੀਸ਼ਨ ਛਪੇ ਆ, ਉਹ 20-20 22-22 ਛਪੇ ਆ। ਮੈਨੂੰ ਇਹ ਦੱਸ ਦਿਆਂ ਜਿਨ੍ਹਾਂ ਵਿੱਚ ਲੱਜਾ ਵੀ ਹੈ ਇੱਕ ਕਿਤਾਬ, ਉਹ ਮੈਂ 1996 'ਚ ਕੀਤੀ ਸੀ, ਜਦੋਂ ਲੋਕਾਂ ਨੂੰ ਇੰਨੇ ਜਿੱਦਾਂ ਮੇਰੇ ਵਰਗਿਆਂ ਨੂੰ ਵੀ, ਅਸੀਂ 1996 'ਚ ਵੀ ਇੱਦਾਂ ਦੇ ਕੰਮ ਜਿਹੜੇ ਸ਼ੁਰੂਆਤੀ ਕੀਤੇ ਸੀਗੇ। ਜਾਂ ਇੱਕ ਥੀਸਿਸ ਸੀਗਾ ਕ੍ਰਾਸ ਕਲਚਰਲ ਮੈਰਿਜਸ ਦੇ ਨਾਲ ਸੰਬੰਧਿਤ, ਜਿਹੜੇ ਸਾਊਥ ਅਫਰੀਕਾ ਬਾਰੇ ਸੀਗੇ, ਅਤੇ ਉਹਨਾਂ ਬਾਰੇ ਵੀ ਕਿਤਾਬ ਜਿਹੜੀ ਆ ਮੈਂ ਅੰਗਰੇਜ਼ੀ ਤੋਂ ਟਰਾਂਸਲੇਟ ਕੀਤੀ ਸੀ। ਅਤੇ ਇੱਦਾਂ ਜਿਹੜੀਆਂ ਹੁਣ ਵੀ ਮੈਂ 3 ਕਿਤਾਬਾਂ ਜਿਹੜੀਆਂ
ਸਾਊਥ ਅਫਰੀਕਾ ਦੀਆਂ ਕੀਤੀਆਂ ਉਹਨਾਂ ਦੀ 2 ਕਿਤਾਬਾਂ ਪੋਇਟਰੀ ਦੀਆਂ, 1 ਕਹਾਣੀ ਦੀਆਂ। ਸੋ ਇਸ ਤਰੀਕੇ ਨਾਲ ਜਸਟਿਸ ਵਾਸਤੇ ਅਸੀਂ ਅਵੇਅਰਨੈਸ ਦਾ ਕੰਮ ਆਪਣੀ ਮਰਜ਼ੀ ਨਾਲ ਕਰੀਦਾ। ਦੂਜਾ ਇਹ ਆ ਕਿਉਂਕਿ ਉਹਨਾਂ ਦੇ ਦੁੱਖ ਦਰਦ ਜਿਹੜੇ ਆ ਉਹ ਸਾਡੇ ਨਾਲੋਂ ਵੀ ਕਿਤੇ ਜ਼ਿਆਦਾ ਆ, ਇਸ ਕਰਕੇ ਅਸੀਂ ਉੱਦਾਂ ਦਾ ਲਿਟਰੇਚਰ ਪੜ੍ਹਦੇ ਹਾਂ, ਉੱਦਾਂ ਦੀ ਵਿਚਾਰਦੇ। ਇਹ ਵੀ ਮੇਰੀ ਵੀ ਰਾਜਨੀਤੀ ਹੈ, ਜੇ ਦੂਜਿਆਂ ਦੀ ਰਾਜਨੀਤੀ ਆ ਤਾਂ ਮੇਰੀ ਆਪਣੀ ਰਾਜਨੀਤੀ ਵੀ ਆ ਵੀ ਅਸੀਂ ਇਹਨਾਂ ਮਸਲਿਆਂ 'ਤੇ ਗੱਲ ਕਰੀਏ, ਲੋਕਾਂ ਨੂੰ ਕਿੱਦਾਂ ਜਾਗਰਤ ਕਰੀਏ। ਛਾਂਗਿਆ ਰੁੱਖ ਜਿਹੜੀ ਤੁਹਾਡੀ ਬਾਇਓਗ੍ਰਾਫੀ ਆ, ਆਟੋਬਾਇਓਗ੍ਰਾਫੀ ਆ, ਉਹਦਾ ਕੁਛ ਇੱਕ ਹਿੱਸਾ ਜਿਹੜਾ ਆ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾਂਦਾ, ਉਹਨਾਂ ਨੇ ਤੁਹਾਡੇ ਤੱਕ ਕਿੱਦਾਂ ਅਪਰੋਚ ਕੀਤੀ ਜੀ? ਇਹ ਪੂਰੀ ਕਿਤਾਬ ਹੀ ਉਹਨਾਂ ਨੇ ਛਾਪੀ ਹੈ ਪਹਿਲੀ ਗੱਲ, ਅਤੇ ਉਹ ਮੇਰਾ ਜਿਹੜਾ ਉਹਨੂੰ ਮੈਨੂੰ ਨਹੀਂ ਜਾਣਦੇ ਸੀਗੇ। ਜਿੱਦਾਂ ਅਸੀਂ ਕਿਤਾਬਾਂ ਸਾਡੀਆਂ ਛਪਦੀਆਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜਦੇ ਰਹਿੰਦੇ ਹਾਂ, ਇੱਦਾਂ ਹੀ ਇੱਕ ਪ੍ਰੋਫੈਸਰ ਹਰੀਸ਼ਪੁਰੀ ਜੀ ਅੰਮ੍ਰਿਤਸਰ ਉਸ ਵੇਲੇ ਪੜ੍ਹਾਉਂਦੇ ਸੀਗੇ, ਅਤੇ ਜਿੱਦਾਂ ਆਪਾਂ ਕਿਤਾਬ ਭੇਜੀ ਦੀ ਆ ਉਹਨਾਂ ਨੂੰ ਭੇਜ ਦਿੱਤੀ, ਅਤੇ ਉਹਨਾਂ ਦਾ ਇੱਕ ਚਿੱਠੀ ਆ ਗਈ, ਕਿਤਾਬ ਤੇਰੀ ਮਿਲ ਗਈ। ਮੈਂ ਉਹਨਾਂ ਨੂੰ ਦੇਖਿਆ ਨਹੀਂ ਸੀਗਾ। ਉਹਨਾਂ ਨੇ 3 ਵਾਰੀ ਉਹਨਾਂ ਦੇ ਦੱਸਣ ਮੁਤਾਬਕ ਵੀ ਤੀਜੀ ਚੌਥੀ ਵਾਰੀ ਪੜ੍ਹਦੇ ਸੀਗੇ ਜਦੋਂ ਉਹਨਾਂ ਕੋਲ ਇੱਕ ਅਮਰੀਕਾ ਦੇ ਪ੍ਰੋਫੈਸਰ ਜੌਨ ਵੈਬਸਟਰ ਆਏ। ਉਹ ਦੋਹੇਂ ਜਣੇ ਕਿਸੇ ਵੇਲੇ ਬੇਰਿੰਗ ਕਾਲਜ ਬਟਾਲਾ 'ਚ ਇਕੱਠੇ ਪੜ੍ਹਾਉਂਦੇ ਸੀਗੇ। ਖੈਰ ਉਹ ਉਹਨਾਂ ਦੇ ਨਾਲ ਗੱਲਬਾਤ ਤੋਂ ਬਾਅਦ ਉਹ ਪ੍ਰੋਫੈਸਰ ਨਾਲ ਉਹ ਕਹਿੰਦਾ ਯਾਰ ਮੈਨੂੰ ਤੇਰੇ ਕੋਲ 1.5 ਘੰਟਾ ਹੋ ਗਿਆ, ਤੂੰ ਇਹੀ ਗੱਲ ਕਿਤਾਬ ਦੀ ਸੁਣਾਈ ਜਾਂਦਾ। ਉਹਨਾਂ ਨੇ ਦੱਸਿਆ ਪ੍ਰੋਫੈਸਰ ਹਰੀਸ਼ਪੁਰੀ ਨੇ ਵੀ ਇਟ ਇਜ਼ ਅ ਸੋਸ਼ੋ ਇਕਨੋਮਿਕ ਸਟੱਡੀ ਆਫ ਪੰਜਾਬ। ਉਹਨੇ ਕਿਹਾ ਯਾਰ ਤੂੰ ਹੁਣ ਬੰਦ ਕਰ ਇਸ ਗੱਲ ਨੂੰ, ਤੂੰ ਇੱਕ ਈਮੇਲ ਕਰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੂੰ, ਉਹਨਾਂ ਵਿੱਚ ਮੇਰਾ ਨਾਮ ਵੀ ਲਿਖ, ਆਪਣਾ ਵੀ ਲਿਖ ਵੀ ਅਸੀਂ ਰਿਕਮੈਂਡ ਕਰਦੇ ਹਾਂ ਵੀ ਇਹ ਕਿਤਾਬ ਛਾਪੀ ਜਾਵੇ। ਅਤੇ ਫਿਰ ਕੀ ਸੀ, ਤੀਜੇ ਚੌਥੇ ਦਿਨ ਮੈਨੂੰ ਮੇਲ ਆ ਗਈ ਵੀ ਤੁਸੀਂ ਆਹ ਲਿਖ ਕੇ ਭੇਜੋ, ਕਿਉਂਕਿ ਉਹ ਆਪਣੇ ਆਪ ਵਿੱਚ ਬਹੁਤ ਵੱਡੇ ਬੰਦੇ ਆ ਅਤੇ ਉਹਨਾਂ ਦੀ ਗੱਲ ਸ਼ਾਇਦ ਉਹਨਾਂ ਤੋਂ ਨਹੀਂ ਮੁੜੀ। ਨਹੀਂ ਤਾਂ ਇਹ ਵੀ ਦੱਸ ਦਿਆਂ ਵੀ ਨਾਰਥ ਇੰਡੀਆ ਦੀ ਪਹਿਲੀ ਆਟੋਬਾਇਓਗ੍ਰਾਫੀ ਆ ਜਿਹੜੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਛਾਪੀ, ਨਹੀਂ ਤਾਂ ਉਹ ਟਰਾਂਸਲੇਸ਼ਨਾਂ ਕਰਾਉਂਦੇ ਹੀ ਨਹੀਂ ਹੋ। ਅਤੇ ਮੇਰੇ ਲਈ ਇਹ ਵੱਡੀ ਗੱਲ ਸੀ। ਅਤੇ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਬਦੌਲਤ ਹੀ ਕਿਤਾਬ ਇਹ ਛਪੀ ਆ। ਹੁਣ ਤੱਕ ਜਿਹੜੀ ਤੁਹਾਡੀ ਸਵੈ ਜੀਵਨੀ ਆ ਕਿੰਨੀਆਂ ਕੁ ਭਾਸ਼ਾਵਾਂ ਵਿੱਚ ਛਪ ਚੁੱਕੀ ਆ? ਇਹ ਹੁਣ ਤੱਕ ਜਿੰਨੀ ਕੁ ਮੇਰੀ ਜਾਣਕਾਰੀ ਹੈ, ਕਈ ਵਾਰੀ ਮੈਨੂੰ ਪਤਾ ਵੀ ਨਹੀਂ ਲੱਗਦਾ, ਕਈਆਂ ਦਾ ਪਤਾ ਵੀ ਲੱਗਦਾ, ਇਹ 11-12 ਭਾਸ਼ਾਵਾਂ 'ਚ ਹੋ ਚੁੱਕੀ ਹੈ। ਜਿਹੜੀ ਤੁਹਾਡੀ ਸਵੈ ਜੀਵਨੀ ਆ ਇਹਦੇ 'ਤੇ 20 ਤੋਂ 25 ਵਿਅਕਤੀ PhD ਕਰ ਗਏ ਆ। 4 ਸਾਲ ਜਾਂ 5 ਸਾਲ ਇਹ ਜਿਹੜੀ ਆ ਕਿਤਾਬ ਜਿਹੜੀ ਆ ਮੋਸਟ ਪੋਪੂਲਰ ਬੁੱਕਸ ਇਨ ਦਾ ਵਰਲਡ ਜਿਹੜੀਆਂ 100 ਉਹਦੇ ਵਿੱਚ ਰਹਿ ਚੁੱਕੀ ਆ। ਕੋਈ ਇਨਸਾਨ ਇਹ ਕਿਤਾਬ ਪੜ੍ਹਦਾ ਉਹ ਆਪਣੇ ਹੰਝੂ ਕੇਰਨ ਤੋਂ ਬਗੈਰ ਨਹੀਂ ਰਹਿ ਸਕਦਾ। ਤੁਸੀਂ ਕਿੱਦਾਂ ਸਮਝਦੇ ਆ? ਸੰਜੀਵ ਜੀ, ਮੈਂ ਵੀ ਹੰਝੂ ਹੀ ਗੇਰਦਾ ਹੁੰਦਾ ਸੀ। ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹ ਕਿਤਾਬ ਲਿਖ ਲਈ ਉਦੋਂ ਵੀ ਆਪਾਂ ਥੋੜ੍ਹਾ ਭਾਵੁਕ ਹੋ ਜਾਈਦਾ ਸੀ। ਫਿਰ ਇਹ ਕਿਤਾਬ ਜਿਹੜੀ ਆ 3 ਮਹੀਨੇ ਇਹਦੇ ਪ੍ਰੂਫ ਪਏ ਰਹੇ, ਮੈਂ ਪੜ੍ਹ ਨਹੀਂ ਸਕਿਆ, ਮੈਂ ਆਪੇ ਹੀ ਰੋਣ ਲੱਗ ਪੈਂਦਾ ਸੀਗਾ। ਮੈਂ ਬਾਅਦ ਵਿੱਚ ਵੀ ਰੋਂਦਾ ਰਿਹਾ। ਹੁਣ ਜਿਹੜਾ ਨੋਰਮਲ ਹੋ ਗਿਆ, ਕਿਉਂਕਿ ਰੋਜ਼ ਹੀ ਗੱਲਬਾਤ ਇੱਦਾਂ ਦੀ ਕਰਦੇ ਹੁੰਦੀ ਰਹਿੰਦੀ ਆ, ਅਤੇ ਹੁਣ ਨੋਰਮਲ ਆ। ਪਰ ਜਦੋਂ ਮੈਂ ਮੁੜ ਕੇ ਅਜੇ ਵੀ ਪੜ੍ਹਦਾ ਹਾਂ ਅਤੇ ਮੈਂ ਫਿਰ ਭਾਵੁਕ ਹੋ ਜਾਂਦਾ। ਮੈਨੂੰ ਉਹ ਦਿਨ ਜਿਹੜੇ ਭੁੱਲਦੇ ਨਹੀਂ ਆ, ਉਹੀ ਮੇਰਾ ਖਜ਼ਾਨਾ ਆ। ਉਹ ਜਿਹੜੇ ਅਸੀਂ ਕਹਿੰਦੇ ਹਾਂ ਵੀ ਹਾਲਾਤ ਸਾਡੇ ਇੱਦਾਂ ਦੇ ਸੀ, ਉਹਨਾਂ ਨੇ ਮੈਨੂੰ ਬਹੁਤ ਕੁਛ ਦਿੱਤਾ, ਮੇਰੀ ਹਿੰਮਤ ਵਧਾਈ। ਡਰਨਾ ਨਹੀਂ, ਘਬਰਾਉਣਾ ਨਹੀਂ, ਹਿੰਮਤ ਰੱਖਣੀ ਆ, ਦਲੇਰੀ ਨਾਲ ਸਾਰੇ ਕੰਮ ਕਰਨੇ ਆ। ਅਤੇ ਅਸੀਂ ਉਹ ਸਾਰੇ ਜਿਹੜੇ ਆ ਇੱਕ ਮੈਨੂੰ ਉੱਦਾਂ ਦੀ ਭਾਸ਼ਾ ਮਿਲੀ ਅਤੇ ਆਪਾਂ ਉਹ ਸਾਰਾ ਕੰਮ ਜਿਹੜਾ ਆ ਕਿਤਾਬਾਂ ਦੇ ਵਿੱਚ ਉਹ ਭਾਸ਼ਾ ਦੇ, ਉਹ ਹਾਲਾਤਾਂ ਦੇ, ਉਹ ਮੇਰਾ ਖਜ਼ਾਨਾ ਹੈ। ਉਹ ਹਾਲਾਤ ਜਿਹੜੇ ਆ, ਪਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਦਿਹਾੜੀ ਕਰਦੇ ਆਪਾਂ ਦੁਪਹਿਰ ਨੂੰ ਘਾਹ 'ਤੇ ਬੈਠ ਜਾਈਦਾ ਸੀ, ਦਰੱਖਤਾਂ ਥੱਲੇ ਛਾਂ 'ਚ ਬੈਠ ਜਾਈਦਾ ਸੀ। ਉਹ ਮੈਨੂੰ ਇੱਦਾਂ ਦੀਆਂ ਗੱਲਾਂ ਵੀ ਕਈ ਯਾਦ ਆਉਂਦੀਆਂ ਵੀ ਕਿੰਨਾ ਚਿਰ ਅਸੀਂ ਬੈਠੇ ਰਹਿੰਦੇ ਆਰਾਮ ਕਰਦੇ ਦੁਪਹਿਰ ਨੂੰ ਇੰਨੀ ਧੁੱਪ ਦੇ ਵਿੱਚ। ਉਹ ਘਾਹ ਜਿਹੜਾ ਸੀਗਾ ਉਹ ਫਿਰ ਖੜ੍ਹਾ ਹੋ ਜਾਂਦਾ ਸੀ ਇੱਦਾਂ। ਉਹ ਗੱਲਾਂ ਜਿਹੜੀਆਂ ਜਾਂ ਮੈਂ ਦੇਖਦਾ ਸੀਗਾ ਵੀ ਬਹੁਤ ਸਾਰੀਆਂ ਹਨੇਰੀਆਂ ਆ ਗਈਆਂ, ਦਰੱਖਤ ਜਿਹੜੇ ਲਿਫ ਜਾਂਦੇ ਸੀਗੇ ਉਹ ਜ਼ਰਾ ਕੁ ਬਾਅਦ ਫਿਰ ਸਿੱਧੇ ਹੋ ਜਾਂਦੇ ਸੀ। ਇਹ ਗੱਲਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਬਈ ਘਬਰਾਉਣਾ ਨਹੀਂ, ਆਪਾਂ ਫਿਰ ਖੜ੍ਹੇ ਹੋ ਜਾਣਾ। ਉਹ ਚਾਹੇ ਸਾਡਾ ਮਕਾਨ ਬਾਰ-ਬਾਰ ਢਹਿੰਦਾ ਸੀ, ਸਿਰ ਕੀ ਲਾਉਣੀ, ਮਕਾਨ ਹੈ ਨਹੀਂ ਪੜ੍ਹਨ ਲਈ, ਕੁਛ ਹੈ ਨਹੀਂ ਗਾ, ਪਰ ਫਿਰ ਵੀ ਜਿਹੜੀ ਮੇਰੀ ਲਗਨ ਸੀਗੀ ਉਹ ਪੜ੍ਹਾਈ ਵੱਲ ਦੇ ਪਾਸੇ ਲੱਗੀ ਰਹੀ। ਅਤੇ ਮੈਂ ਜਿਹੜੀ ਆ ਦੱਸ ਦਿਆਂ ਵੀ ਮੈਂ MA 'ਚ ਵੀ ਜਦੋਂ ਹੋ ਗਿਆ ਤਾਂ ਮੇਰੇ ਕੋਲ ਸਰਦੀਆਂ ਲਈ ਕੱਪੜੇ ਨਹੀਂ, ਮੈਂ ਆਪਣੇ ਤਾਏ ਦੇ ਮੁੰਡਿਆਂ ਦੇ ਪਾਉਂਦਾ ਹੁੰਦਾ ਸੀਗਾ, ਕਿਉਂਕਿ ਉਹ ਇੰਨੇ ਤਕੜੇ ਸੀਗੇ, ਮੈਂ ਪਤਲਾ ਉਦੋਂ ਵੀ ਸੀ। ਅਤੇ ਉਹਨਾਂ ਦੀ ਪੈਂਟ ਅਤੇ ਕੋਟ ਮੈਂ ਉਹਨਾਂ ਤੋਂ ਤਾਈ ਮੇਰੀ ਦੇ ਦਿੰਦੀ ਸੀਗੀ, ਮੈਂ ਪਾ ਲੈਂਦਾ ਸੀਗਾ।
ਤੇ ਆਪਾਂ ਜਿਹੜੇ ਆ ਮੈਨੂੰ ਕੋਈ ਚੰਗਾ ਸਮਝੇ ਮਾੜਾ ਸਮਝੇ ਉਹਦੇ ਨਾਲ ਮੇਰਾ ਕੋਈ ਮਸਲਾ ਨਹੀਂ ਆ। ਮੇਰਾ ਮਸਲਾ ਮਨੁੱਖਤਾ ਦਾ ਹੈ, ਸਾਰਿਆਂ ਦੀ ਬਰਾਬਰੀ ਦਾ ਮਸਲਾ ਹੈ। ਮੇਰੀ ਵੱਲੋਂ ਉਹ ਕਹੇ ਵੀ ਹਾਲੇ ਦੇ ਕੱਪੜੇ ਕਿੱਦਾਂ ਦੇ, ਉਹਦਾ ਇਹ ਕੀ ਹੈਗਾ, ਨੋ, ਬਿਗ ਨੋ। ਅਸੀਂ ਆਪਣਾ ਸਹੀ ਕੰਮ ਕਰਨਾ ਹੈ। ਤੁਸੀਂ ਦਲਿਤ ਸਾਹਿਤ ਦੀ ਰਚਨਾ ਬਹੁਤ ਕੀਤੀ, ਕਈ ਵਾਰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੋਊਗਾ। ਉਹ ਕਈ ਮੈਨੂੰ ਕਹਿੰਦੇ ਆ ਵੀ ਕੀ ਜਾਂਦਾ ਹਾਂ, ਪਰ ਜਿਹੜੇ ਸਕਾਲਰਲੀ ਲੈਵਲ 'ਤੇ ਕੰਮ ਕਰਦੇ ਆ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ 'ਤੇ, ਉਹ ਮੇਰੇ ਬਹੁਤ ਸਾਰੇ ਦੋਸਤ ਬਣੇ ਨਵੇਂ ਆਪਣੀਆਂ ਕਿਤਾਬਾਂ ਕਰਕੇ, ਚਾਹੇ ਉਹ ਅਮਰੀਕਾ ਦੇ ਆ, ਫਰਾਂਸ ਦੇ ਆ, ਜਰਮਨ, ਰਸ਼ੀਆ, ਪੋਲੈਂਡ ਅਤੇ ਆਪਣੇ ਜਾਪਾਨ, ਇੱਦਾਂ ਬਹੁਤ ਸਾਰੇ ਦੇਸ਼ਾਂ 'ਤੇ ਮੇਰੇ ਨਵੇਂ ਦੋਸਤ ਜਿਹੜੇ ਸਾਡੇ ਆਪਣੇ ਇੰਡੀਅਨ ਨਹੀਂ ਆ, ਗੋਰੇ ਆ, ਹਾਂਜੀ, ਉਹਨਾਂ ਦੇ ਨਾਲ ਮੇਰੀ ਹੁੰਦੀ ਰਹਿੰਦੀ ਗੱਲਬਾਤ, ਮੈਸੇਜ ਆਉਂਦੇ ਜਾਂਦੇ ਰਹਿੰਦੇ ਆ। ਤਾਂ ਮੇਰੇ ਲਈ ਇਹ ਵੀ ਬਹੁਤ ਵੱਡੀ ਗੱਲ ਆ। ਮੇਰੀ ਜਿਹੜੀ ਵੈਬਸਾਈਟ ਆ balbirmadhopuri.in, ਉੱਥੇ ਵੀ ਤੁਸੀਂ ਦੇਖ ਸਕਦੇ ਆ ਵੀ ਬਹੁਤ ਸਾਰੇ ਜਿਹੜੇ ਗੋਰੇ ਲੋਕ ਆ, ਉਹਨਾਂ ਦੇ ਨਾਲ ਫੋਟੋਆਂ, ਇਕੱਲੀਆਂ ਫੋਟੋਆਂ ਨਹੀਂ ਆ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਵਾ। ਉਹਨਾਂ ਨੇ ਕਿੱਦਾਂ ਆ ਕੇ ਮੇਰੇ ਕੋਲ ਮੇਰੇ ਵੱਲ ਦੇਖ ਦੇਖ ਕੇ ਰੋਂਦੇ ਰਹਿੰਦੇ ਆ। ਅਤੇ ਖੈਰ ਅੱਖਾਂ ਉਹ ਵੀ ਭਰਦੇ ਆ, ਕਿਉਂ ਵੀ ਉਹ ਵੀ ਇਨਸਾਨੀਅਤ ਨੂੰ ਪਿਆਰ ਕਰਦੇ। ਅੱਗੇ ਵੀ ਜਿਹੜੇ ਮੇਰੇ ਬਣਦੇ ਰਹੇ ਆ ਦੋਸਤ ਮਿੱਤਰ, ਅੱਗੇ ਤੇ ਅੱਗੇ ਜਾ ਕੇ। ਪਰ ਜਿਹੜਾ ਮੁੱਢਲਾ ਕੰਮ ਸਾਡਾ ਹੋਇਆ, ਉਹ ਸਾਡੇ ਨਾਲ ਦੇ ਪਿੰਡ ਸੋਹਲਪੁਰ ਦੇ ਜ਼ਿਮੀਂਦਾਰ ਪਰਿਵਾਰ ਜਿਹੜਾ ਆ, ਮੇਰੀ ਤਾਈ ਉੱਥੇ ਜਾਂ ਬਾਬੇ ਹੁਣੀ, ਉਹ ਕਿਉਂਕਿ ਉਹਨਾਂ ਦੇ ਕੋਈ ਬੱਚਾ ਛੋਟਾ ਨਹੀਂ ਸੀਗਾ ਅਤੇ ਮੈਨੂੰ ਹੀ ਉੱਦਾਂ ਟਰੀਟ ਕਰਦੇ ਸੀਗੇ। ਚਾਹੇ ਮੈਂ ਨੱਕ ਜਿਹੜਾ ਆ ਕਮੀਜ਼ ਨਾਲ ਵੀ ਪੂੰਝ ਲੈਂਦਾ ਸੀਗਾ, ਪਰ ਦੋ ਦਾਦੀਆਂ ਨੇ ਮੈਨੂੰ ਆਪਣੇ ਨਾਲ ਰਜਾਈ 'ਚ ਪਾ ਲੈਣਾ, ਜਾਂ ਤਾਈ ਨੇ ਇੰਨਾ ਪਿਆਰ ਕਰਨਾ। ਮੈਂ ਉਹਦੇ ਨਾਲ ਰਿਸ਼ਤੇਦਾਰੀ 'ਚ ਵੀ ਮੈਂ ਹੀ ਉਹਦੇ ਨਾਲ ਜਾਂਦਾ ਹੁੰਦਾ ਸੀ, ਭਾਵੇਂ ਛੋਟਾ ਜਿਹਾ ਹੀ ਸੀਗਾ। ਉਹ ਸਾਡਾ ਪਰਿਵਾਰ ਜਿਹੜਾ ਨਾ, ਉਹਨਾਂ ਦਾ ਵੀ ਬਹੁਤ ਦੇਣਦਾਰ ਆ। ਉਹਨਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ, ਇੰਨਾ, ਮੈਂ ਕਹਿੰਦਾ ਉਹਨਾਂ ਨੇ ਕਦੀ ਪੈਸਿਆਂ ਦਾ ਨਹੀਂ ਪੁੱਛਿਆ। ਜੇ ਮੇਰੇ ਫਾਦਰ ਨੇ ਕਿਹਾ ਵੀ ਚਾਚਾ ਪੈਸੇ ਹੈ ਨਹੀਂ ਗੇ, ਤਾਂ ਉਹ ਫੀਸ ਦੇਣੀ ਆ ਮੁੰਡਿਆਂ, ਮੇਰੀ ਖਾਸ ਤੌਰ 'ਤੇ, ਤਾਂ ਉਹਨੇ ਕਹਿਣਾ ਉਹ ਯਾਰ ਠਾਕਰਾ ਉੱਥੋਂ ਲੈ ਲਾ ਜਿੰਨੇ ਅਲਮਾਰੀ 'ਚੋਂ ਪੈਸੇ ਲੈਣਾ। ਮੁੜ ਕੇ ਗਿਣਦੇ ਵੀ ਨਹੀਂ ਸੀਗੇ ਪੈਸੇ ਕਿੰਨੇ ਆ। ਸੋ ਇਹ ਸਾਡਾ ਉਹਨਾਂ ਲਈ ਮੈਂ ਤਾਂ ਹਮੇਸ਼ਾ ਸ਼ੁਕਰ ਗੁਜ਼ਾਰ ਰਹਿੰਦਾ। ਹੁਣ ਸਾਡੀ ਜਿਹੜੀ ਭੈਣ, ਮਤਲਬ ਮੇਰੇ ਤਾਏ ਦੀ ਲੜਕੀ, ਉਹ ਮੇਰੇ ਤਾਏ ਦੀ ਡੈਥ ਤੋਂ ਬਾਅਦ 3 ਕੁ ਮਹੀਨੇ ਬਾਅਦ ਜੰਮੀ ਸੀਗੀ। ਹੁਣ ਵੀ ਅਸੀਂ ਉਹਨੂੰ ਉੱਦਾਂ ਹੀ ਮਿਲਦੇ ਹਾਂ, ਅਤੇ ਜਿੱਦਾਂ ਉਹਨੇ ਏਅਰਪੋਰਟ ਜਾਣਾ ਹੋਵੇ, ਭਾਜੀ ਉੱਥੇ ਮਿਲ ਜਾਇਓ, ਫਿਰ ਮੈਂ ਜਾਂਦਾ ਰਹਿੰਦਾ, ਮਿਲਦਾ ਰਹਿੰਦਾ। ਇੱਥੇ ਪਹਿਲਾਂ ਆਪਣੇ ਪਿੰਡਾਂ 'ਚ ਵੀ ਜਾਈਦਾ, ਅਤੇ ਸਾਰਾ ਕੁਛ ਠੀਕ ਆ। ਅਤੇ ਉਹਨਾਂ ਦਾ ਸ਼ੁਕਰਗੁਜ਼ਾਰ ਮੈਂ ਆਪਣੇ ਦੋਸਤਾਂ ਦਾ, ਆਪਣੇ ਪੇਰੈਂਟਸ ਦਾ, ਜਿਨ੍ਹਾਂ ਨੇ ਮੇਰੀ ਐਡੀ ਮਦਦ ਕੀਤੀ। ਖਾਸ ਤੌਰ 'ਤੇ ਮੇਰੀਆਂ ਭੈਣਾਂ ਨੇ ਵੀ ਮੇਰੇ ਵਿੱਚ ਬਹੁਤ ਜ਼ਿਆਦਾ, ਮਤਲਬ ਮੇਰਾ ਬਣਾਉਣ ਦੇ ਵਿੱਚ, ਜੋ ਵੀ ਮੇਰੀ ਪੜ੍ਹਾਈ ਨੂੰ ਪੂਰੀ ਕਰਾਉਣ ਦੇ ਵਿੱਚ, ਜੋ ਉਹਨਾਂ ਨੇ ਰੋਟੀ ਪਾਣੀ ਟਾਈਮਲੀ ਸਾਰਾ ਕੁਛ ਇੰਨਾ ਕੁਛ ਕੀਤਾ, ਉਹਦੇ ਲਈ ਕੋਈ ਸ਼ਬਦ ਨਹੀਂ ਆ। ਮੈਂ ਉਹਨਾਂ ਦੇ ਪੈਰੀਂ ਪੈਂਦਾ ਪਿਆ, ਉਹਨਾਂ ਨੇ ਮੇਰੇ ਲਈ ਇੰਨੀ ਮਤਲਬ ਗੱਲ ਕੀਤੀ ਆ। ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਆਪਣੀ ਜਿਹੜੀ ਹੁਣ ਕਿਤਾਬ ਤੁਹਾਡੀ ਆਈ ਆ ਉਹਦੇ ਬਾਰੇ ਦੱਸਿਓ ਜੀ। ਇਹ ਕਿਤਾਬ ਦਾ ਨਾਮ ਹੈਗਾ ਜੀ ਮਿੱਟੀ ਬੋਲ ਪਈ। ਇਹ 302 ਪੇਜ ਦੀ ਆ। ਇਹਦਾ ਦੂਜਾ ਜਿਹਨੂੰ ਰੀਪ੍ਰਿੰਟ ਕਹਿੰਦੇ ਆ, ਉਹ ਵੀ ਆ ਗਿਆ, ਉਹ ਵੀ ਮੈਂ ਦਿਖਾਉਣਾ ਤੁਹਾਨੂੰ, ਮੇਰੇ ਕੋਲ ਆ। ਮਿੱਟੀ ਬੋਲ ਪਈ। ਇਹਦੀ ਕੀਮਤ ਹੁਣ ਜਿਹੜੀ ਆ, ਜੇ ਡਾਇਰੈਕਟ ਕਿਸੇ ਨੇ ਪਬਲਿਸ਼ਰ ਤੋਂ ਮੰਗਵਾਉਣੀ ਹੋਵੇ ਤਾਂ 175 ਰੁਪਏ। ਇਹਦੀ ਕੀਮਤ ਘਟਾਤੀ ਹੋਣੀ, ਸ਼ਾਂਗੇ ਰੁੱਖ ਦੀ 250 ਕਰ ਦਿੱਤੀ, ਉਹ 125 ਰੁਪਏ ਦੀ ਮਿਲ ਜਾਊਗੀ। ਇਹ ਜਿਹੜੀ ਮਿੱਟੀ ਬੋਲ ਪਈ ਹੈ, ਸਾਹਿਤ ਦੀ ਕਿਹੜੀ ਬਣ ਗਈ ਆ ਜੀ? ਇਹ ਕਹਿੰਦੇ ਆ ਨਾਵਲ ਇਹਨੂੰ ਕਹਿੰਦੇ ਆ। ਅਤੇ ਇਹਦੇ ਵਿੱਚ ਜਿਹੜੀ ਗੱਲਬਾਤ ਆ, ਦੁਆਬੇ ਦੇ ਉਹਨਾਂ ਪਿੰਡਾਂ ਦੀ ਆ, ਜਦੋਂ ਗਦਰੀ ਬਾਬਾ ਮੰਗੂ ਰਾਮ ਨੇ 1926 ਦੇ ਵਿੱਚ ਇਹ ਮੂਵਮੈਂਟ ਸ਼ੁਰੂ ਕੀਤੀ, ਆਦ ਧਰਮ ਮੂਵਮੈਂਟ। ਇਹ ਇੱਕ ਹਿਸਟੋਰੀਕਲ ਨਾਵਲ ਵੀ ਕਿਹਾ ਜਾ ਸਕਦਾ। ਇਹਦੇ ਪਾਤਰ ਜਿਹੜੇ ਆ, ਇਹਨਾਂ ਦੇ ਸਾਜ਼ਾਂ ਦੇ ਵਿੱਚੋਂ ਦੁੱਖਾਂ ਦੀਆਂ ਆਵਾਜ਼ਾਂ ਆਉਂਦੀਆਂ, ਮਨੁੱਖਤਾ ਦੇ ਗੀਤ ਗਾਉਂਦੀਆਂ। ਤੋ ਇਹਦੇ ਵਿੱਚ ਜਿਹੜੇ, ਚਾਹੇ ਉਹ ਸਾਡੀ ਔਰਤ ਜਾਤ ਆ, ਉਹਦੀ ਬਰਾਬਰੀ, ਔਰਤ ਦੇ ਤਾਂ ਮੈਂ ਕਹਿੰਦਾ ਮਿੱਟੀ ਬੋਲ ਪਈ। ਔਰਤ ਨੂੰ ਵੀ ਮਿੱਟੀ ਕਹਿੰਦੇ ਆ। ਜਿਹੜੇ ਪਛੜੇ ਲੋਕ, ਡਾਊਨ ਟਰੋਡਨ ਲੋਕ ਆ, ਉਹਨਾਂ ਨੂੰ ਵੀ ਮਿੱਟੀ ਵਰਗੇ ਕਹਿੰਦੇ ਆ। ਤਾਂ ਮਿੱਟੀ ਵਰਗੇ ਹੀ ਬੰਦੇ ਆ ਵਿਚਾਰੇ, ਇਹਨਾਂ ਨੂੰ ਜੋ ਮਰਜ਼ੀ ਕਹਿ ਦਿਓ, ਇਹਨਾਂ ਨੂੰ ਕਿਹੜਾ ਬੋਲਣਾ। ਪਸ਼ੂ ਬੋਲਦੇ ਨਹੀਂ ਨਾ, ਉੱਦਾਂ ਹੀ ਟਰੀਟ ਕੀਤਾ ਗਿਆ। ਪਰ ਹੁਣ ਬੋਲਣ ਲੱਗ ਪਏ ਆ, ਮਿੱਟੀ ਬੋਲ ਪਈ ਆ। ਸੋ ਇਹਦੇ ਵਿੱਚ ਜਿਹੜਾ ਜੇਜੋਂ, ਮੁੱਖ ਤੌਰ 'ਤੇ ਤੁਹਾਨੂੰ ਪਤਾ ਹੀ ਆ ਵੀ ਮਾਲਪੁਰ ਦੇ ਲਾਗੇ ਇੱਕ ਜੇਜੋਂ ਕਸਬਾ ਸੀਗਾ,
ਜਿਹੜਾ ਸਾਡੇ ਉੱਤਰੀ ਭਾਰਤ ਦਾ ਇੱਕ ਵੱਡਾ ਵਪਾਰਕ ਕੇਂਦਰ ਸੀ, ਉਹ ਹੁਣ ਤਾਂ ਇੱਕ ਉਜੜਿਆ ਸ਼ਹਿਰ ਬਣ ਗਿਆ। ਤੇ ਉਸ ਵੇਲੇ ਊਠਾਂ, ਘੋੜਿਆਂ, ਖੱਚਰਾਂ ਦੇ ਉੱਤੇ ਵਪਾਰ ਜਿਹੜਾ ਆ ਉਹ ਪਹਾੜਾਂ ਤੋਂ ਚੀਜ਼ਾਂ ਇੱਧਰ ਨੂੰ ਆਉਂਦੀਆਂ ਸੀ, ਤੇ ਜਿਹੜਾ ਮੈਦਾਨੀ ਇਲਾਕਿਆਂ ਤੋਂ ਜਿਹੜਾ ਸਾਜੋ ਸਮਾਨ ਸੀਗਾ, ਉਹ ਇੱਕ ਰੂਟ ਇੱਦਾਂ ਦਾ ਸੀ ਪਹਾੜ ਦੇ ਨਾਲ ਨਾਲ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ। ਉਹ ਕੰਢੀ ਏਰੀਆ ਜਿਹਨੂੰ ਕਹਿੰਦੇ ਆ, ਕੰਢੀ ਏਰੀਆ ਵੀ ਮੈਂ ਦੱਸ ਦਿੰਦਾ ਕਿੱਦਾਂ। ਇਹ ਰੋਪੜ ਤੋਂ ਲੈ ਕੇ ਸ਼ੁਰੂ ਹੁੰਦਾ, ਜਿਹੜਾ ਪਹਾੜ ਦਾ ਕੰਢਾ ਆ ਨਾਲ ਨਾਲ, ਇਹ ਹੁਸ਼ਿਆਰਪੁਰ, ਉਹਦੇ ਪਹਿਲਾਂ ਚੰਡੀਗੜ੍ਹ, ਰੋਪੜ ਤੋਂ ਬਾਅਦ ਚੰਡੀਗੜ੍ਹ, ਫਿਰ ਹੁਸ਼ਿਆਰਪੁਰ ਆ ਜਾਂਦਾ, ਫਿਰ ਅੱਗੇ ਤਲਵਾੜਾ, ਉਹ ਤੋਂ ਅੱਗੇ ਜੰਮੂ ਆ ਜਾਂਦਾ। ਇਹ ਸਾਰੇ ਏਰੀਏ ਨੂੰ ਨਾ, ਜੇ ਪਹਾੜ ਦੇ ਨਾਲ ਨਾਲ ਦਾ, ਇਹਨੂੰ ਕੰਢੀ ਏਰੀਆ ਕਹਿੰਦੇ ਆ। ਅਤੇ ਇਸ ਦੇ ਬਾਰੇ ਮੈਂ ਜਿਹੜਾ ਇੱਥੇ ਉਸ ਵੇਲੇ ਜਿਹੜੀ ਪਾਪੂਲੇਸ਼ਨ ਸੀਗੀ, ਕਿੱਦਾਂ ਦੇ ਕੰਮ ਹੁੰਦੇ ਸੀ, ਖੇਤੀਬਾੜੀ ਕਿੱਦਾਂ ਦੀ ਸੀਗੀ, ਲੋਕਾਂ ਦਾ ਰਹਿਣ ਬਹਿਣ, ਆਪਸ ਵਿੱਚ ਗੱਲਬਾਤ ਕੀ ਸੀਗੀ, ਉਹ ਸਾਰਾ ਮੈਂ ਇਹਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਹਿਸਟੋਰੀਕਲ ਡਾਕੂਮੈਂਟਸ ਜਿਹੜੇ ਮੇਰੇ ਕੋਲ ਆ, ਉਹ ਮੈਂ ਸਾਰੇ ਆਪਣੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਮੇਨ ਜਿਹੜੀ ਗੱਲਬਾਤ ਹੈ ਇਹਦੇ ਵਿੱਚ, ਉਹ ਮਨੁੱਖੀ ਅਧਿਕਾਰਾਂ ਦੀ ਆ, ਕਿਉਂਕਿ ਮੰਗੂ ਰਾਮ ਦੀ ਜਿਹੜੀ ਮੂਵਮੈਂਟ ਉਹ ਸੀਗੀ ਇਹਦੇ 'ਤੇ ਬੇਸਡ। ਹਾਂਜੀ, ਮੰਗੂ ਰਾਮ ਦੀ ਮੂਵਮੈਂਟ ਪਲੱਸ ਜਿਹੜੇ ਅਸੀਂ ਹੈਗੇ ਆ, ਕਹਿੰਦੇ ਆ ਵੀ ਮਿਨੋਰਟੀਜ਼ ਆ, ਚਾਹੇ ਉਹ ਕੋਈ ਵੀ ਹੈਗੇ ਮਿਨੋਰਟੀਜ਼, ਉਹਨਾਂ ਨੂੰ ਇੱਕ ਕਰਨ ਦੀ ਇਹਦੇ ਵਿੱਚ ਗੱਲਬਾਤ ਹੈ। ਐਂਡ ਜਿਹੜਾ ਆ, ਅਤੇ ਉਹ ਜੇ ਵੀ ਤੁਸੀਂ 85% ਲੋਕ ਇਕੱਠੇ ਹੋ ਜਾਓ, ਅਤੇ ਜਿਹੜੇ ਤੇ ਤੁਹਾਨੂੰ 15% ਲੋਕਾਂ ਨੇ ਤੁਹਾਨੂੰ ਗੁਲਾਮ ਬਣਾਇਆ, ਉਹਨਾਂ ਨੂੰ ਤੁਸੀਂ ਆਪਣਾ ਪ੍ਰੈਸ਼ਰ ਪਾ ਸਕਦੇ ਆ, ਆਪਣੀ ਗੱਲਬਾਤ ਉਹਨਾਂ ਨਾਲ ਨੈਗੋਸ਼ੀਏਟ ਕਰ ਸਕਦੇ ਆ। ਸੋ ਇਸ ਤਰੀਕੇ ਦੀ ਇੱਕ ਅਵੇਅਰਨੈਸ ਦੀ ਇਹਦੇ ਵਿੱਚ ਗੱਲ ਹੈ। ਮਾਧੋਪੁਰੀ ਸਾਹਿਬ, ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਤੁਸੀਂ ਕਵਿਤਾਵਾਂ, ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਫਿਰ ਜੀਵਨ ਵਿੱਚ ਕਿਹੜੀ ਅਜਿਹੀ ਘਟਨਾ ਹੋ ਗਈ ਜਿਹਨੇ ਦਲਿਤ ਸਾਹਿਤ ਲਿਖਣ ਵੱਲ ਪ੍ਰੇਰਿਤ ਕਰ ਦਿੱਤਾ? ਇਹ ਖੂਨ 'ਚ ਰਚੀਆਂ ਗੱਲਾਂ ਹੁੰਦੀਆਂ, ਇਹ ਨਿਕਲਦੀਆਂ ਨਹੀਂ ਆ। ਤੁਸੀਂ ਜਿਹੜੇ ਦੁੱਖ ਦਰਦ ਹਨ, ਮੈਂ ਸਮਝਦਾ ਹਾਂ ਵੀ ਸਾਨੂੰ ਇਹ ਥੋੜ੍ਹਾ ਜਿਹਾ ਮੌਕਾ ਮਿਲਿਆ, ਜਾਂ ਇੱਦਾਂ ਦੀ ਆਪਣੇ 'ਚ ਇੱਕ ਭਾਵਨਾ ਆ ਗਈ ਵੀ ਇਹ ਗੱਲ ਨੂੰ ਦੱਸਣ ਵਾਸਤੇ ਕੋਈ ਚਾਹੀਦਾ। ਜਿੱਦਾਂ ਮੈਕਸਿਮ ਗੋਰਕੀ ਨੇ ਵੀ ਕਿਹਾ ਕਿ ਬੰਦੇ ਦੇ ਵਿੱਚ ਸੁਸਤੀ ਨਹੀਂ ਹੋਣੀ ਚਾਹੀਦੀ, ਆਲਸ ਨਹੀਂ ਹੋਣੀ ਚਾਹੀਦੀ। ਆਲਸ ਇਜ਼ ਐਨ ਐਨੀਮੀ ਨੰਬਰ 1 ਆਫ ਦਾ ਪਰਸਨ। ਜੇ ਸਾਡੇ ਚਾਲਸ ਆ ਗਈ, ਅਸੀਂ ਪ੍ਰਗਟਾ ਨਹੀਂ, ਆਪਣੇ ਐਕਸਪ੍ਰੈਸ ਨਹੀਂ ਕਰਿਆ, ਅਸੀਂ ਨੌਲੇਜ ਬਹੁਤ ਇਕੱਠਾ ਕਰ ਲਿਆ, ਜੇ ਉਹਨੂੰ ਐਕਸਪ੍ਰੈਸ ਹੀ ਨਾ ਕੀਤਾ, ਉਹਦਾ ਕੋਈ ਮਤਲਬ ਨਹੀਂ ਹੈ ਨਾ। ਉਹ ਸਾਡੀਆਂ ਕਿਤਾਬਾਂ 'ਚ ਇਸ ਤਰੀਕੇ ਨਾਲ ਮੈਂ ਜਿੰਨਾ ਕੁ ਕਰ ਸਕਦਾ, ਜਾਂ ਮੈਨੂੰ ਜਿੰਨੀ ਸਮਝ ਸੀਗੀ, ਉਹਦੇ ਮੁਤਾਬਕ ਮੈਂ ਕਰ ਲਿਆ। ਮਾਧੋਪੁਰੀ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਾਸਟਿਜ਼ਮ ਦੇ ਖਿਲਾਫ ਸਾਡਾ ਦੇਸ਼ ਹੀ ਜਿਹੜਾ ਕਾਸਟ ਬੇਸਡ ਕੰਟਰੀ ਆ, ਇਹਨੂੰ ਇਹਦੇ ਵਿੱਚ ਸ਼ਿਕੰਜੇ 'ਚੋਂ ਨਾ ਕੱਢੀਏ ਕਿਸੇ ਤਰ੍ਹਾਂ। ਦੂਜੇ ਦੇਸ਼ ਵੀ ਹੈਗੇ ਆ, ਉੱਥੇ ਵੀ ਵਿਤਕਰੇ ਜਿਹੜੇ ਆ ਉਹ ਨਸਲ ਦੇ ਆਧਾਰ 'ਤੇ ਹੁੰਦੇ ਆ, ਜਾਂ ਕਾਲੇ ਗੋਰੇ ਦਾ ਉੱਥੇ ਵੀ ਰੌਲਾ ਰਹਿੰਦਾ, ਪਰ ਉੱਥੇ ਕਾਨੂੰਨ ਬੜਾ ਸਖਤ ਆ, ਉਹ ਕਈ ਮਸਲੇ ਸੋਲਵ ਹੁੰਦੇ ਉਹਦੇ ਨਾਲ। ਜੇ ਸਾਡੇ ਦੇਸ਼ 'ਚ ਵੀ ਕਾਸਟਿਜ਼ਮ ਨਾ ਹੋਵੇ ਅਤੇ ਸਾਰੇ ਮਨੁੱਖ ਬਰਾਬਰ ਹੋ ਜਾਣ, ਅਤੇ ਜਿਹੜਾ ਗੁਲਾਮੀ ਕਰਾਉਣ ਦੀ ਇੱਕ ਮਾਨਸਿਕਤਾ ਹੈ ਨਾ, ਉਹ ਖਤਮ ਹੋ ਜਾਵੇ। ਇਹ ਦਿਖਾਵੇ ਵਾਲੀ ਜਾਂ ਇਹ ਗੱਲਾਂ ਵੀ ਮੇਰੇ ਇੰਨੇ ਨੌਕਰ ਆ, ਮੇਰੇ ਕੋਲ ਇੰਨੀ ਜ਼ਮੀਨ ਆ, ਮੈਂ ਇੱਦਾਂ ਕਰ ਸਕਦਾ, ਉਹ ਕਰ ਸਕਦਾ, ਇਹ ਤੋਂ ਥੋੜ੍ਹਾ ਜਿਹਾ ਨਾ ਅਸੀਂ ਉੱਚੇ ਉੱਠ ਜਾਈਏ। ਅਸੀਂ ਘੱਟੋ ਘੱਟ ਹਰੇਕ ਜੀਵ ਨੂੰ ਬਰਾਬਰ ਸਮਝੀਏ। ਇਹੀ ਮੇਰਾ ਇੱਕ ਸੰਦੇਸ਼ ਕਹਿ ਲਓ। ਮੈਂ ਅਜੇ ਸੰਦੇਸ਼ ਦੇਣ ਜੋਗਾ ਲਾਇਕ ਵੀ ਨਹੀਂ ਆ, ਫਿਰ ਵੀ ਮੇਰੇ ਇੱਕ ਭਾਵਨਾ ਆ ਵੀ ਆਪਾਂ ਬਰਾਬਰੀ ਦੀ ਗੱਲ ਕਰੀਏ। ਅਸੀਂ ਇੱਕ ਪਾਸੇ ਤਾਂ ਮੱਥੇ ਟੇਕਦੇ ਹਾਂ ਇੰਨੇ ਸਾਰੇ, ਪਰ ਅਸੀਂ ਸੰਦੇਸ਼ ਜੇ ਗੁਰੂਆਂ ਦਾ ਮੰਨਦੇ ਹਾਂ ਵੀ ਮਾਨਸ ਕੀ ਜਾਤ ਸਭ ਇੱਕ ਪਹਿਚਾਨਬੋ, ਤਾਂ ਸਾਨੂੰ ਉਹਦਾ ਸਤਿਕਾਰ ਨਾਲ ਆਪਣੇ ਜੀਵਨ ਵਿੱਚ ਵੀ ਇੰਪਲੀਮੈਂਟ ਕਰਨਾ ਚਾਹੀਦਾ ਹੈ। ਮਾਧੋਪੁਰੀ ਸਾਹਿਬ, ਪੰਜਾਬੀ ਸਟੂਡੀਓ ਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਹਾਰਾਜ ਤੁਹਾਡੇ ਲਈ ਸੰਜੀਵ ਜੀ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਹੁਣ ਟਾਈਮ ਵੀ ਕਿੰਨਾ ਹੋ ਗਿਆ ਇੱਥੇ ਆਏ ਆ। ਮੈਂ ਤੁਹਾਡਾ ਚੱਲ ਕੇ ਇੱਥੇ ਆਉਣ ਦਾ ਬਹੁਤ ਬਹੁਤ ਸਵਾਗਤ ਕਰਦਾ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਵੀ ਮੈਨੂੰ ਵੀ ਮੌਕਾ ਦਿੱਤਾ ਆਪਣੀ ਗੱਲਬਾਤ ਸਾਂਝੀ ਕਰਨ ਦਾ। ਜਿਹੜਾ ਮੈਂ ਲਿਖਦਾ ਹਾਂ, ਕਈ ਵਾਰੀ ਜਿਹੜੇ ਨਹੀਂ ਪੜ੍ਹ ਸਕਦੇ ਉਹ ਘੱਟੋ ਘੱਟ ਸੁਣ ਸਕਦੇ ਆ, ਦੇਖ ਸਕਦੇ ਆ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਕੀ ਕਰੀਏ। ਇਹੀ ਮੇਰੀ ਇੱਛਾ ਹੈ ਵੀ ਆਪਾਂ ਅਵੇਅਰ ਹੋ ਜਾਈਏ, ਇੱਕ ਚੇਤਨ ਵਿਅਕਤੀ ਦੇ ਤੌਰ 'ਤੇ ਕੰਮ ਕਰੀਏ। ਧੰਨਵਾਦ।